ਸਾਹਿਬ ਜੀਓ। ਰਤੇ ਛੇ ਜੇ ਮੁਖ ਨਾ ਮੋੜਨ, ਜਿਨੀ ਸਿੰਘਾਤਾ ਸਾਈ। ਝੜ ਝੜ ਪੰਦੇ ਕੱਚੇ ਬਿਰਹੀ, ਜਿਨਾ ਕਾਰ ਨ ਆਈ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਜੈ ਜਾਵੰਤੀ ਮਹੱਲਾ ਨੌਵਾਂ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ। ਸੋ ਤਉ ਨਹੀਂ ਸੁਨਿਓ ਕਾਨ, ਬਿਖਿਆਨ ਸਿਉ ਅਤ ਲੁਭਾਨ। ਮਤ ਨਾਹਿਨ ਫੇਰੀ ਰਹਾਉ, ਮਾਨਸ ਕੋ ਜਨਮ ਲੀਨ। ਸਿਮਰਨ ਨਹਿ ਨਿਮਖ ਕੀਨ, ਦਾਰਾ ਸੁਖ ਭਇਓ ਦੀਨ। ਪਗਹੁ ਪਰੀ ਬੇਰੀ, ਨਾਨਕ ਜਨ ਕਹੈ ਪੁਕਾਰ। ਸੁਪਨੈ ਜਿਉ ਜਗ ਪਸਾਰ, ਸਿਮਰਤ ਨਹਿ ਕਿਉ ਮੁਰਾਰ। ਮਾਇਆ ਜਾ ਕੀ ਚੇਰੀ, ਨਾਨਕ ਜਨ ਕਹੈ ਪੁਕਾਰ। ਸੁਪਨੈ ਜਿਉ ਜਗ ਪਸਾਰ, ਸਿਮਰਤ ਨਹਿ ਕਿਉ ਮੁਰਾਰ। ਮਾਇਆ ਜਾ ਕੀ ਚੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰਾਂ ਜੀ ਦੇ ਸ਼ਹਾਦਤ ਵਾਲੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਔਰ ਸਤਿਗੁਰਾਂ ਦੇ ਨਾਲ ਅੱਜ ਜੋ 3 ਸਿੱਖ ਸ਼ਹਾਦਤ ਦਾ ਜਾਮ ਪੀ ਗਏ, ਉਹਨਾਂ ਦੀ ਸ਼ਹਾਦਤ ਨੂੰ ਹਰ ਸਾਲ
ਆਪ ਗੁਰੂ ਸਵਾਰੇ ਯਾਦ ਕਰ ਦੇਖੋ। ਔਰ ਅੱਜ ਵੀ ਸੰਧਿਆ ਦੇ ਦੀਵਾਨ ਹਜ਼ੂਰ ਔਰ ਉਹਨਾਂ ਦੇ ਗੁਰਸਿੱਖਾਂ ਨੂੰ ਸਮਰਪਿਤ ਨੇ। ਸਤਿਗੁਰਾਂ ਦਾ ਅੰਮ੍ਰਿਤ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਰਾਮਦਾਸ ਜੀ ਦੇ ਕੀਰਤਨੀਏ 3 ਸਾਜ਼ ਵਰਤ ਰਹੇ ਸਨ। ਇੱਕ ਤਾਉਸ, ਦਿਲਰੁਬਾ ਤੇ ਤੀਸਰੀ ਰਬਾਬ। ਜਿਹੜਾ ਤਾਉ ਰਬਾਬ ਹੈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਵਜਾਇਆ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸਤਰ ਇੱਕ ਤੁਕ ਸਿੱਖਾਂ ਦੀ ਜਿਹੜੀ ਨਾਮਾਵਲੀ ਹੈ ਉਸ ਵਿੱਚ ਭਾਈ ਮਰਦਾਨਾ ਜੀ ਦੇ ਬਾਰੇ ਲਿਖਿਆ ਹੈ। ਭਾਈ ਸਾਹਿਬ ਲਿਖਦੇ ਆ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾ ਸੀ। ਇੱਕ ਸਤਰ ਇਸ ਸੰਬੰਧ ਵਿੱਚ ਹੈ। ਇੱਕ ਆਪ ਹੋਰ ਪੜ੍ਹਦੇ ਹੋ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਪਰ ਆ ਜਿਹੜੀ ਸਤਰ ਹੈ, ਭਲਾ ਰਬਾਬ ਵਜਾਏਂਦਾ, ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਤਨੇ ਸਿੱਖ ਹੋਏ ਨੇ ਨਾਮਾਵਰ। ਇੱਥੇ ਨਾਮਾਵਰ ਦਾ ਅਰਥ ਪੈਸੇ ਕਰਕੇ ਨਹੀਂ, ਜਿਹਨਾਂ ਦੀ ਸ਼ਖਸੀਅਤ, ਜਿਹੜੇ ਸ਼ਬਦ ਵਿੱਚ ਓਤ ਪੋਤ ਗੁਰ ਪ੍ਰਸਾਦ ਦੇ ਪਾਤਰ ਸਨ, ਉਹਨਾਂ ਦੇ ਨਾਵਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ ਹੈ। ਉਸ ਵਿੱਚ ਭਾਈ ਸਾਹਿਬ ਬਾਰੇ ਲਿਖਦੇ ਆ, ਭਾਈ ਮਰਦਾਨਾ ਜੀ ਦੇ ਪੰਜਾਬੀ ਦੇ ਸ਼ਬਦ ਨੇ ਸੌਖੇ ਕਿ ਭਾਈ ਮਰਦਾਨਾ ਜੀ ਬੜਾ ਭਲਾ ਹੈ, ਬੜੀ ਸੋਹਣੀ ਰਬਾਬ ਵਜਾਉਂਦੇ ਨੇ। ਕਿੱਥੇ? ਮਜਲਿਸ। ਮਜਲਿਸ ਦਾ ਲਫ਼ਜ਼ੀ ਅਰਥ ਕਰਾਂਗੇ ਸਤ ਸੰਗਤ, ਉਹ ਸਮੂਹ ਜਿੱਥੇ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਭਲਾ ਰਬਾਬ ਵਜਾਏਂ ਦਾ ਮਜਲਿਸ ਮਰਦਾਨਾ ਮਿਰਾਸੀ। ਮਿਰਾਸੀ ਸ਼ਬਦ ਅਰਬੀ ਦੇ ਮਿਰਾਸ ਸ਼ਬਦ ਤੋਂ ਬਣਿਆ। ਇਹਦਾ ਅਰਥ ਹੁੰਦਾ ਇਕੱਠਾ ਕਰਨਾ, ਯਾਦ ਕਰਨਾ। ਉਸ ਨੂੰ ਮਿਰਾਸੀ ਕਿਹਾ ਜਾਂਦਾ ਸੀ, ਜਿਹੜਾ ਆਪਣੇ ਜ਼ਿਹਨ ਵਿੱਚ ਆਪਣੇ ਜਜਮਾਨ ਦੀਆਂ ਕਈ ਪਿਛੋਕੜੀਆਂ ਪੀੜ੍ਹੀਆਂ ਨੂੰ ਯਾਦ ਰੱਖਦਾ ਹੁੰਦਾ ਸੀ। ਉਹਨੂੰ ਮਿਰਾਸ ਤੋਂ ਸ਼ਬਦ ਬਣਿਆ ਮਿਰਾਸੀ, ਰਬਾਬ ਤੋਂ ਬਣਿਆ ਰਬਾਬੀ। ਇਸ ਦੀ ਵਰਤੋਂ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਉਸ ਤੋਂ ਬਾਅਦ ਜਿਹੜਾ ਤਾਉਸ ਹੈ, ਅਸਲ 'ਚ ਤਾਉਸ ਸ਼ਬਦ ਜਿਹੜਾ ਹੈ ਇਹ ਅਰਬੀ ਦਾ ਹੈ। ਤੁਸੀਂ ਦੇਖਿਆ ਪਿੱਛੇ ਖੰਭ ਸਨ ਨਾ, ਇਹ ਕਿਉਂ ਨੇ ਖੰਭ? ਤਾਉਸ ਦਾ ਲਫ਼ਜ਼ੀ ਅਰਥ ਹੀ ਅਰਬੀ ਵਿੱਚ ਮੋਰ ਹੁੰਦਾ ਹੈ। ਇਹ ਮੈਂ ਤਾਂ ਕੋਈ ਮੇਰਾ ਵਿਸ਼ਾ ਨਹੀਂ ਹੈਗਾ ਕੋਈ ਕੀਰਤਨ ਦਾ। ਤਾਉਸ ਸੀ ਜਦੋਂ ਵੱਜ ਰਿਹਾ, ਉੱਕੇ ਸ਼ਕਲ ਮੋਰ ਦੀ ਸੀ, ਪਿੱਛੇ ਪੰਖ ਸਨ। ਤਾਉਸ ਦਾ ਲਫ਼ਜ਼ੀ ਅਰਥ ਮੋਰ ਹੈ। ਤੇ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਆਪ ਇਹ ਸਾਜ਼ ਵਜਾਉਂਦੇ ਹੁੰਦੇ ਸਨ, 6ਵੇਂ ਸਤਿਗੁਰੂ। ਉਸ ਤੋਂ ਬਾਅਦ ਅਸੀਂ ਦਿਲਰੁਬਾ ਤੇ ਨਾਲ ਤਬਲਾ ਵੱਜ ਰਿਹਾ ਸੀ। ਇਹ ਤੰਤੀ ਸਾਜ਼ਾਂ ਨਾਲ ਕੀਰਤਨ ਆਪ ਜੀ ਨੇ ਸਰਵਣ ਕੀਤਾ। ਆਪਾਂ ਕੱਲ ਸੁਬਾਹ ਤੋਂ ਇਸ ਅਸਥਾਨ ਤੇ ਵਿਚਾਰ ਸ਼ੁਰੂ ਕੀਤੀ ਸੀ ਤੇ ਇਸ ਵਾਰੀ ਮਨ 'ਚ ਇੱਕ ਸੀ ਕਿ ਜਿਵੇਂ ਗੁਰੂ ਰਾਮਦਾਸ ਜੀ ਦੇ ਪੁਰਬ ਤੇ ਨਿਰੰਤਰ ਕਥਾ ਹਜ਼ੂਰ ਬਖਸ਼ਿਸ਼ ਕਰਕੇ ਕਰਾਉਂਦੇ ਆ, ਆਪ ਸੇਵਾ ਲੈਂਦੇ ਆ, ਐਤਕੀ ਸਾਰੇ ਦੀਵਾਨ ਉਸ ਪਵਿੱਤਰ ਅਸਥਾਨ ਤੇ ਕੀਤੇ ਜਾਣ ਜਿੱਥੇ ਸਤਿਗੁਰਾਂ ਦਾ ਪਵਿੱਤਰ ਰਕਤ ਡੁੱਲਿਆ ਹੈ, ਗੁਰਦੁਆਰਾ ਸੀਸਗੰਜ। ਤੇ ਤਜਰਬਾ ਬਹੁਤ ਹੀ ਚੰਗਾ ਰਿਹਾ ਸਾਡਾ। ਤੇ ਫਿਰ ਮਨ ਸੀ, ਭਾਵਾਂ ਕਿ ਬਾਣੀ ਮੈਂ ਸਵੇਰੇ ਵੀ ਕਿਹਾ, ਜਿੱਥੋਂ ਵੀ ਪੜੋਗੇ ਇਹ ਸਕੂਨ ਦੇਗੀ। ਪਰ ਮਨ ਸੀ ਹਜ਼ੂਰ ਦਾ ਸ਼ਹਾਦਤ ਵਾਲਾ ਦਿਨ ਹੈ, ਚਲੋ ਭਾਵੇਂ ਅਸੀਂ ਪੁਰਬ ਵੀ ਕਹਿੰਦੇ ਆ, ਸ਼ਹੀਦੀਪੁਰ, ਕੋਈ ਤੇ ਤਰਕ ਨਹੀਂ। ਉਂਝ ਵੈਸੇ ਭਾਈ ਕਾਹਨ ਸਿੰਘ ਕਹਿੰਦੇ ਆ, ਪੁਰਬ ਹੁੰਦਾ ਹੈ ਆਗਮਨ ਤੇ ਪੁਰਬ ਹੁੰਦਾ ਹੈ ਗੁਰਗੱਦੀ, ਸ਼ਹਾਦਤ ਵਾਲਾ ਦਿਹਾੜਾ ਹੁੰਦਾ ਹੈ। ਇਹ ਸ਼ਹੀਦੀ ਦਿਵਸ ਹੈ ਅੱਜ ਸਤਿਗੁਰਾਂ ਦਾ। ਉਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਿਰ ਮਨ ਸੀ ਵੀ 4 ਸ਼ਬਦ ਜੈਜਾਵੰਤੀ ਰਾਗ ਦੇ ਨੇ ਤੇ ਸਵੇਰ ਔਰ ਅੱਜ ਸੰਧਿਆ ਦੇ ਦੀਵਾਨ ਸਮੇਤ 4 ਸਾਡੇ ਕੋਲ ਦੀਵਾਨ ਨੇ। ਤੇ ਮੈਂ ਸਵੇਰੇ ਕਿਹਾ, ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਨਿਚੋੜ ਪੜ੍ਹਨਾ ਹੈ
59 ਸ਼ਬਦ ਨੇ ਨਾ, 55 ਸ਼ਬਦਾਂ ਦਾ ਜੇ ਤੱਤ ਪੜ੍ਹਨਾ ਹੈ ਨਾ, ਬਸ ਆ 4 ਸ਼ਬਦ ਪੜ੍ਹ ਲਓ, ਸਾਰਾ ਤੱਤ ਇਹਦੇ ਵਿੱਚ ਹੈ। ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਦੇਖਣਾ ਹੈ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਪੜ੍ਹ ਲਓ, ਸਾਰਾ ਨਿਚੋੜ ਉਹਦੇ ਵਿੱਚ ਹੈ। ਆਓ 2 ਸ਼ਬਦ ਆਪਾਂ ਵਿਚਾਰ ਚੁੱਕੇ ਹਾਂ। ਤੀਸਰੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਭਾਵੇਂ ਮੈਂ ਇਤਿਹਾਸ ਸੰਬੰਧੀ ਵੀ ਜ਼ਰੂਰ ਬੇਨਤੀ ਕਰਾਂਗਾ, ਪਰ ਮੇਰੀ ਇੱਕ ਬੇਨਤੀ ਹੈ ਆਪ ਸਮੂਹ ਸੰਗਤ ਨੂੰ, ਯਾਦ ਰੱਖੋ, ਕੇਵਲ ਸ਼ਰੀਰਾਂ ਦੇ ਬਲ ਨਹੀਂ ਲੜਦੇ ਹੁੰਦੇ, ਕੇਵਲ ਜੁੱਸੇ ਮੋਟੇ ਤਾਜੇ ਨਹੀਂ ਲੜਦੇ ਹੁੰਦੇ। ਭਾਈ ਬਚਿੱਤਰ ਸਿੰਘ ਦਾ ਕੱਦ ਬਿਲਕੁਲ ਛੋਟਾ ਸੀ, 7 ਤਵੀਆਂ ਪਾੜ ਕੇ ਰੱਖ ਦਿੱਤੀਆਂ। ਉਹ ਕਿਹੜੀ ਸ਼ਕਤੀ ਹੈ ਕਿ ਜਿਹੜੀ ਆਰੇ ਦੇ ਦੰਦਿਆਂ ਤੋਂ ਵੀ ਨਹੀਂ ਮਰੀ। ਉਹ ਬੋਲ ਤਾਂ ਢਾਂਚਾ ਟੁੱਟਣ ਤੋਂ ਬਾਅਦ ਵੀ ਜਪਜੀ ਸਾਹਿਬ ਦੇ ਨਿਕਲਦੇ ਪਏ। ਉਹ ਗੁਰਬਾਣੀ ਹੈ, ਕਿਉਂਕਿ ਜਿੰਨਾ ਆਪ ਜੀ ਬਾਣੀ ਨਾਲ ਜੁੜੋਗੇ ਉਨੀ ਆਪ ਨੂੰ ਬਖਸ਼ਿਸ਼ ਮਿਲੇਗੀ। ਆਓ ਕੁਛ ਮੈਂ ਇਸ ਸੰਬੰਧੀ ਬੇਨਤੀਆਂ ਕਰਾਂਗਾ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਕਿਉਂਕਿ ਦੇਸ਼ ਵਿਦੇਸ਼ 'ਚ ਸੰਗਤ 2 ਦਿਨਾਂ ਤੋਂ ਸੁਣ ਰਹੀ ਹੈ, ਮੈਸੇਜ ਵੀ ਮਿਲੇ ਆ। ਆਪ ਜਿਤਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੈਠੇ ਹੋ ਨਾ, ਇਹ ਕੇਵਲ ਵਿਖਾਵੇ ਮਾਤਰ ਨਹੀਂ, ਇਸ ਧਰਤੀ ਤੇ ਡੁੱਲੇ ਹੋਏ ਖੂਨ ਨੇ ਹਿੰਦੁਸਤਾਨ ਦੀ ਹਿਸਟਰੀ ਬਦਲ ਕੇ ਰੱਖ ਦਿੱਤੀ ਸੀ। ਛੋਟੀ ਜਿਹੀ ਗੱਲ ਨਹੀਂ, ਬੜੀ ਵੱਡੀ ਪੈਗੰਬਰ ਦਾ ਖੂਨ ਡੁੱਲਣਾ, ਇਸ ਧਰਤੀ ਤੇ ਡੁੱਲਣਾ, ਉਸ ਸਤਿਗੁਰੂ ਜੀ ਦੇ ਉਸ ਸਾਕੇ ਨੂੰ ਹਿਰਦੇ 'ਚ ਰੱਖਦੇ ਹੋਏ ਆਪ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ। ਇਹ ਜਿਹੜੇ ਅਸੀਂ ਸਤਿਗੁਰੂ ਜੀ ਦੇ ਸ਼ਬਦ ਰੋਜ਼ ਪੜ੍ਹਨੇ ਆ, ਆਪ ਜੀ ਕੋਈ ਵੀ ਬਾਣੀ ਪੜ੍ਹ ਦੇਖੋ, ਇਹ ਬਾਣੀ ਪੜ੍ਹਨ ਨਾਲ ਸਾਡੇ ਜੀਵਨ 'ਚ ਪਲਟਾ ਕਿਵੇਂ ਆ ਸਕਦਾ ਹੈ। ਇਸ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ ਫੁਨਹੇ ਦੇ ਵਿੱਚ, ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਨੂੰ ਪਤਾ ਹੈ ਫੁਨੇ ਮਹੱਲਾ 5ਵਾਂ ਹੁੰਦਾ, ਜਿਹਦੇ ਵਿੱਚ ਤੁਸੀਂ ਪੜ੍ਹਦੇ ਹੋ ਡਿੱਠੇ ਸਭੇ ਥਾਵ ਨਹੀਂ ਤੁਧ। ਉਹਦੇ ਵਿੱਚ ਇੱਕ ਫੁਨਾ ਹੈ। ਉਂਝ ਵੈਸੇ ਫੁਨ ਦਾ ਲਫ਼ਜ਼ੀ ਅਰਥ ਹੁੰਦਾ ਦੁਬਾਰਾ, ਇੱਕ ਛੰਦ ਦੀ ਚਾਲ ਹੈ। ਜਦੋਂ ਵਾਰ-ਵਾਰ ਲਫ਼ਜ਼ ਆਉਂਦਾ ਨਾ, ਖਰ ਖਾਂ ਖਰ ਖਾਂ ਖਰ ਖਾਂ, ਇਹਦਾ ਮਤਲਬ ਉਹ ਛੰਦ ਵਿੱਚ ਲਫ਼ਜ਼ ਜਿਹੜੇ ਨੇ ਰਿਪੀਟ ਹੋ ਰਹੇ ਨੇ, ਇਸ ਕਰਕੇ ਫੁਨੇ ਹੈ। ਉਸ ਫੁਨੇ ਵਿੱਚ ਹਜ਼ੂਰ ਦਾ ਇੱਕ ਬਚਨ ਹੈ, ਆਪਾਂ ਉਸ ਨੂੰ ਦੇਖਾਂਗੇ। ਉਹ ਬਚਨ ਹੈ, ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਗਾਹਕ ਗੁਨੀ ਅਪਾਰ ਸੋ ਤਤ ਪਛਾਨੀਏ। ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਰਹਿ ਮਾਰ ਤਾਂ ਪਾਵੈ ਸੱਚ ਧਣਾ। 4 ਬਚਨ ਸੀ ਪੜ੍ਹੇ ਆ ਤੇ ਇਹਦੇ ਅਰਥ ਥੋੜੇ ਜਿਹੇ। ਮਿੱਤ ਦਾ ਲਫ਼ਜ਼ੀ ਅਰਥ ਆਪ ਜਾਣਦੇ ਹੋ, ਮਿੱਤਰ। ਮਿੱਤ ਦਾ ਅਰਥ ਮਿੱਤਰ। ਉਂਝ ਮਿੱਤ ਦਾ ਅਰਥ ਮਿਣਤੀ ਵੀ ਆਇਆ, ਤੁਮਰੀ ਗਤ ਮਿੱਤ ਤੁਮ ਹੀ ਜਾਣੀ। ਮਿੱਤ ਕਾ ਚਿੱਤ ਅਨੂਪ, ਇਹਦਾ ਅਰਥ ਮੇਰੇ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ ਤੇ ਉਸ ਦੇ ਭੇਦ ਨੂੰ ਕੋਈ ਵੀ ਨਹੀਂ ਜਾਣ ਸਕਦਾ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਉਹਦੇ ਮਰਮ ਨੂੰ, ਉਹਦੇ ਭੇਦ ਨੂੰ ਜਾਂ ਉਹਦਾ ਥਾਂ ਕੋਈ ਨਹੀਂ ਪਾ ਸਕਦਾ। ਪਰ ਨਾਲ ਕਿਹਾ ਗਾਹਕ ਗੁਣੀ ਅਪਾਰ, ਜਿਹੜੇ ਗੁਣਾਂ ਦੇ ਗ੍ਰਾਹਕ ਨੇ, ਜਿਹੜੇ ਰੂਹਾਨੀਅਤ ਨੂੰ ਕਮਾਉਣ ਵਾਲੇ ਨੇ, ਉਹਨਾਂ ਨੇ ਉਸ ਤੱਤ ਨੂੰ ਪਹਿਚਾਨ ਲਿਆ। ਤੱਤ ਦਾ ਅਰਥ ਆਪਾਂ ਪਰਮੇਸ਼ਵਰ ਕਰਾਂਗੇ। ਗਾਹਕ ਗੁਣੀ ਅਪਾਰ ਸੋ ਤੱਤ ਪਛਾਨੀਏ, ਚਿੱਤੈ ਚਿੱਤ ਸਮਾਏ। ਇਹ ਯਾਦ ਰੱਖਿਓ, 2 ਸ਼ਬਦ ਨੇ। ਚਿੱਤੈ, ਪਹਿਲੇ ਚਿੱਤੈ ਦੇ ਖਾਹੇ ਨੂੰ ਸਿਹਾਰੀ ਲੱਗੀ ਹੈ, ਅੱਗੇ ਆ ਚਿੱਤ। ਇਹਦਾ ਮਤਲਬ ਜਦੋਂ ਆਪਣੇ ਚਿੱਤ ਨੂੰ ਆਪਣੇ ਉਸ ਪਿਆਰੇ ਦੇ ਚਿੱਤ ਵੀ ਸਮਾ ਦੇਗਾ, ਮਿਲਾ ਦੇਗਾ। ਚਿੱਤੈ ਚਿੱਤ ਸਮਾਏ, ਹਾਲਾਂਕਿ ਬਾਣੀ 'ਚ ਇੱਕ ਵਾਰੀ ਆਉਂਦਾ, ਜਿਵੇਂ ਚਿੱਤ ਆਵੇ ਉਸ ਪਾਰ ਬ੍ਰਹਮ,
ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਏਕ ਚਿੱਤ ਜਾਂ ਇੱਕ ਛਿਨ ਧਿਆਇਓ, ਜਾਂ ਆਪ ਜੀ ਹੋਰ ਬੜੇ ਪੜ੍ਹਦੇ ਹੋ ਬਚਨ, ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੈ ਨਾਉ। ਇੱਥੇ ਦੋ ਵਾਰੀ ਹੈ ਚਿੱਤੈ ਚਿੱਤ ਸਮਾਏ ਤਾਂ ਹੋਵੈ ਰੰਗ ਘਣਾ। ਯਾਦ ਰੱਖਿਓ ਅਰਥ ਹੋ ਸਕਦਾ ਸਭ ਦੇ ਮਿਲਣਾ ਇੱਕੋ ਜਿਹਾ। ਆਪਣੇ ਚਿੱਤ ਨੂੰ ਉਸ ਆਪਣੇ ਮਿੱਤਰ ਦੇ ਚਿੱਤ ਵਿੱਚ ਮਿਲਾ ਦੇਂ, ਤੇਰੇ ਅੰਦਰ ਨਾਮ ਦਾ ਘਣਾ ਰੰਗ ਚੜ ਜਾਏਗਾ, ਪ੍ਰੇਮ ਤੇਰੇ ਅੰਦਰ ਪੈਦਾ ਹੋਵੇਗਾ। ਇਹ ਬੜੀ ਵੱਡੀ ਬਾਤ ਕਹਿ ਦਿੱਤੀ। ਮੈਂ ਆਪ ਨੂੰ ਬੇਨਤੀ ਕਰਾਂ ਕਿ ਇਸ ਸੰਸਾਰ ਵਿੱਚ ਅਣਗਿਣਤ ਲੋਕ ਨੇ, ਪਰ ਜਿਨ੍ਹਾਂ ਲੋਕਾਂ ਨਾਲ ਸਾਡੇ ਚਿੱਤ ਜੁੜੇ ਨੇ ਨਾ, ਯਾਦ ਰੱਖਿਓ ਜਿਨ੍ਹਾਂ ਨਾਲ ਸਾਡਾ ਚਿੱਤ ਜੁੜਿਆ ਉਹ ਸਥਾਨਕ ਦੂਰੀ ਹੋਣ ਦੇ ਬਾਵਜੂਦ ਵੀ ਸਾਡੀ ਬਾਡੀ ਨੂੰ ਪ੍ਰਭਾਵਿਤ ਕਰਦੇ ਆ। ਫਿਰ ਲਫ਼ਜ਼ ਭਾਵੇਂ ਉਹ ਸਾਡੇ ਤੋਂ ਦੂਰ ਨੇ, ਜਿਹਦੇ ਨਾਲ ਚਿੱਤ ਜੁੜਿਆ ਉਹਦੇ ਸਰੀਰ ਤੇ ਜੋ ਕੁਝ ਵਾਪਰੇਗਾ, ਭਾਵੇਂ ਸਾਡੇ ਸਰੀਰ ਤੇ ਕੁਝ ਵੀ ਨਾ ਵਾਪਰੇ, ਪਰ ਜਿਹਦੇ ਨਾਲ ਚਿੱਤ ਜੁੜਿਆ ਉਹਦਾ ਦੁੱਖ ਵੀ, ਉਹਦਾ ਸੁੱਖ ਵੀ, ਉਹਦਾ ਮਾਣ ਵੀ, ਉਹਦਾ ਅਪਮਾਨ ਵੀ ਸਾਡੇ ਤੁਰ ਅੰਦਰ ਸੁਰਤ ਉੱਤੇ ਅਸਰ ਜ਼ਰੂਰ ਕਰੇਗਾ, ਕਿਉਂਕਿ ਚਿੱਤ ਉਹਦੇ ਨਾਲ ਜੁੜਿਆ। ਤੇ ਜਿਹਦੇ ਨਾਲ ਚਿੱਤ ਹੀ ਨਹੀਂ ਜੁੜਿਆ, ਫਿਰ ਬੇਨਤੀ ਹੈ ਕਿ ਆਪ ਇੱਥੇ ਬੈਠੇ ਹੋ, ਆਪ ਦੇ ਪਰਿਵਾਰ ਮਿੱਤਰ ਸੱਜਣ ਰਿਸ਼ਤੇਦਾਰ ਦੂਰ ਬੈਠੇ ਹੋਣ, ਆਪ ਠੀਕ ਹੋ, ਘਰ ਵੀ ਸੁੱਖ ਹੈ, ਮੰਨ ਲਓ ਕੋਈ ਖਬਰ ਦੁਖਦਾਈ ਮਿਲਦੀ ਏ ਤੇ ਇੱਕੋ ਦਮ ਸਾਡੇ ਅੰਦਰ ਨੂੰ ਚਿੱਤ ਨੂੰ ਪ੍ਰਭਾਵਿਤ ਕਰਦੀ ਹੈ, ਤਨ ਨੂੰ ਪ੍ਰਭਾਵਿਤ ਕਰਦੀ ਹੈ। ਤੇ ਜੇ ਇਹ ਦੁਖਦਾਈ ਖਬਰ ਸਾਨੂੰ ਸ਼ਹਿਰ ਵਿੱਚ ਮਿਲੇ, ਇੰਨਾ ਪ੍ਰਭਾਵਿਤ ਕਿਉਂ ਨਹੀਂ ਕਰਦੀ? ਕਿਉਂ? ਕਿਉਂਕਿ ਜਿਹਦੇ ਉੱਤੇ ਉਹ ਘਟਨਾ ਵਾਪਰੀ ਉਹਦੇ ਨਾਲ ਸਾਡਾ ਸੰਬੰਧ ਹੀ ਕੋਈ ਨਹੀਂ। ਜਿਹਦੇ ਨਾਲ ਚਿੱਤ ਜੁੜਿਆ ਹੋਵੇਗਾ ਉਹਦਾ ਦੁੱਖ, ਉਹਦਾ ਸੁੱਖ, ਉਹਦਾ ਗੁਣ, ਉਹਦਾ ਔਗਣ, ਹਰ ਚੀਜ਼ ਸਾਡੇ ਚਿੱਤ ਨੂੰ ਪ੍ਰਭਾਵਿਤ ਕਰੇਗੀ। ਗੁਰਮੁਖੋ ਯਾਦ ਰੱਖਿਓ, ਚਿੱਤੈ ਚਿੱਤ ਸਮਾਏ, ਪਰਮਾਤਮਾ ਦਾ ਗੁਰੂ ਦਾ ਚਿੱਤ ਗੁਰੂ ਕੀ ਬਾਣੀ ਹੈ। ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ, ਇਹਦੇ ਚਿੱਤ ਦੀ ਸਾਰੀ ਰੂਹਾਨੀਅਤ ਤੇਰੇ ਚਿੱਤ ਵਿੱਚ ਪ੍ਰਵੇਸ਼ ਕਰ ਜਾਏਗੀ। ਫਿਰ ਬੇਨਤੀ ਸੁਣਿਓ, ਚਿੱਤੈ ਚਿੱਤ ਸਮਾਏ, ਉਂਝ ਟੀਕਾਕਾਰਾਂ ਨੇ ਅਰਥ ਪਰਮਾਤਮਾ ਕੀਤੇ ਆ, ਪਰਮਾਤਮਾ ਦਾ ਚਿੱਤ। ਇਹ ਗੁਰਮੁਖ ਰੂ ਅਰਥ ਕਰਦੇ ਆ ਆਪਣੇ ਅੰਦਰ ਨੂੰ, ਖਿਆਲ ਹੀ ਨਹੀਂ ਨਾ ਜੀ, ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ। ਪਰ ਇਹ ਵੀ ਬਖਸ਼ਿਸ਼ ਹੋਵੇ ਤਾਂ ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਤੇਰੇ ਅੰਦਰ ਘਣਾ ਪਰਮਾਤਮਾ ਲਈ ਰੰਗ ਪ੍ਰੇਮ ਪੈਦਾ ਹੋ ਜਾਏਗਾ। ਮੈਂ ਇਸ ਕਰਕੇ ਆਪਾਂ ਇੱਥੇ ਵਿਚਾਰ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਕੋਲ ਅੱਜ ਵੀ ਇੱਥੇ ਮੌਜੂਦ ਨੇ। ਇਮੋਸ਼ਨਲ ਨਹੀਂ ਕੇਵਲ। ਇਸ ਬੇਨਤੀ ਨੂੰ ਸੁਣਿਓ, ਜਿਹੜੀ ਰੂਹਾਨੀਅਤ ਹੈ, ਇੱਕ ਤਾਂ ਹੈ ਸਾਡਾ ਪੱਖ ਹਿਸਟਰੀ ਪੱਖੋਂ ਕਿ 1621 ਨੂੰ ਜਨਮ ਹੋਇਆ, 1664 ਨੂੰ ਗੁਰਗੱਦੀ ਤੇ ਆਏ, 1675 ਨੂੰ ਸ਼ਹੀਦ ਹੋ ਗਏ। ਇਹ ਤਵਾਰੀਖ ਹੈ ਦ੍ਰਿਸ਼ਟਮਾਨ ਦੀ। ਇੱਕ ਉਹ ਗੁਰੂ ਦਾ ਰੂਪ ਹੈ ਜਿਹੜਾ ਤਨ ਤੋਂ ਬਹੁਤ ਉੱਪਰ ਹੈ, ਉਹਦੇ ਉੱਤੇ ਇਤਿਹਾਸ ਕਾਲ ਕੁਝ ਵੀ ਅਸਰ ਨਹੀਂ ਕਰਦਾ, ਸਮਾਂ ਬੀਤਣ ਤੋਂ ਬਾਅਦ ਵੀ ਗੁਰੂ ਦੀ ਮੌਜੂਦਗੀ ਰਹਿੰਦੀ ਹੈ। ਉਹਨੂੰ ਆਪਾਂ ਕਹਿੰਦੇ ਆ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਪਰ ਆਪਾਂ ਸ਼ਹਾਦਤ ਜਾਏ ਵਾਲੀ ਕਰ ਰਹੇ ਹਾਂ ਨਾ। ਇਹ ਸੰਸਾਰ ਦਾ ਇੱਕ ਐਸਾ ਜਿਹਾ ਉਹਨੇ ਵਰਤਾਰਾ ਵਰਤਾਇਆ। ਸਤਿਗੁਰੂ ਗੁਰੂ ਤੇਗ ਬਹਾਦਰ ਦਾ ਚਿੱਤ ਕੀ ਹੈ? ਆਪ ਸਤਿਗੁਰਾਂ ਨੇ ਕਿਹਾ, ਗੁਰਮੁਖੋ ਉਹ ਸ਼ਬਦ ਹੈ ਭੱਟ ਚਾਂਦ ਜੀ ਦਾ। ਕਈਆਂ ਸੱਜਣਾ ਨੇ ਉਸ ਬਾਰੇ ਹਿਸਟੋਰੀਅਨ ਲਿਖਦੇ ਨੇ ਭੱਟ ਕੇਸੋ ਦਾ। ਆ ਜਿਹੜਾ ਬਚਨ ਹੈ ਨਾ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਨਾ। ਉੱਥੇ ਫਿਰ ਹਜ਼ੂਰ ਅੱਗੇ ਹੋਰ ਵੀ ਕਲੀਅਰ ਕਰਦੇ ਆ ਵੀ ਚਰਨ ਕਮਲ ਕੀ ਨੇ, ਕਿਉਂਕਿ ਇਹ ਭੱਟ ਜੀ ਦੇ ਬਚਨ ਨੇ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਐ। ਸ਼ਬਦ ਦੁਆਰਾ ਇਸ ਮਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਖੋੜਨ ਦਾ ਅਰਥ ਆਪਾਂ ਸਮਝਦੇ ਰੋਕਣਾ, ਇਹ ਭੱਜਦੇ ਕੋ ਨੂੰ ਟਿਕਾਣਾ। ਗੁਰ ਸ਼ਬਦੀ ਇਹ ਮਨ ਖੋੜੀਐ। ਮਹਾਰਾਜ ਕਹਿੰਦੇ ਨੇ ਬਾਹ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹ ਨਾ ਛੋੜੀਐ। ਗੁਰਮੁਖੋ ਬੜੀ ਵੱਡੀ ਗੱਲ ਹੈ ਕਿ ਸਿਰ ਦੇ ਦੇਣਾ ਪਰ ਬਾਹ ਨਾ ਛੱਡਣੀ, ਇਹ ਕੇਵਲ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ। ਮੈਂ ਤਾਂ ਕਿਹਾ ਇਸ ਸਤਿਗੁਰੂ ਦੇ ਜੀਵਨ ਲੀਲਾ ਨੂੰ ਸਿਰਫ 1675 ਤੱਕ ਵਿਆਖਿਆ ਨਾ ਕਰੀਏ, ਜਿੰਨੀ ਦੇਰ ਤੱਕ ਇਹ ਧਰਤੀ ਦਾ ਟੁਕੜਾ ਹੈ, ਜਿਹਦੀ ਬਾਹ ਗੁਰੂ ਤੇਗ ਬਹਾਦਰ ਪਕੜੇਗਾ ਉਹਦੀ ਬਾਹ ਕਦੀ ਛੱਡੇਗਾ ਨਹੀਂ।
महाराज कह रहे ने, चित चरण कमल का आसरा, चित चरण कमल संग जोड़िए, मन लोचे बुराइयां गुर शब्दी, ए मन खोड़िए, बाह जिन्ना दी पकड़िए। इत्थे लफ्ज जिन्ना वरत्या, खिंदू नहीं वरत्या, क्योंकि जिन्ना शब्द बड़ा विशाल है। जेड़ा जिन्नी शब्द कहे, जिन शब्द कहे, जिन्ना शब्द ही तीन बाणी चाहते ना, ये इन्ना विशाल शब्द कहे, ये जात नू, नस्ल नू, धर्म की जिहड़ी संप्रदाय हर दीवार तोड़ देंदा है। महाराज ने इत्थे जदों आप पाठ कर दी तो सिखां दा जिक्र करते, जो सास गिरास ते आए मेरा हर हर सो गुर सिख गुरु मन भावे। सिख बारे क्या, उत्थे एक शब्द वरदिया, जिन्नी नाम ध्याया। ਇਹਦਾ मतलब अज तक जिन्ना ने भी जपिया है, वो दूसरे मत विच भी हो सकते हैं। फिर बेनती है, जिन्नी नाम ध्याया, जहाँ 12 माह पढ़ जो, जिन जिन नाम ध्याया तिन के कां सरे। जिन्नी इन्ना विशाल शब्द है, ये सारे संसार के रूहानी बंदियां की कमाई आ जाती है, सारे संसार दे। महाराज ने शब्द वरत्या, भट्ट जी ने कहन लगे, बांह जिन्ना दी पकड़िए, जिन्ना दी भी। पर याद रखियो, जदों गुरु बांह पकड़न ते आउंदा है ना, वो ना गुण वेखदा ते ना औगण वेखदा। इस करके ने भी साडी बांह, ये बड़ा वड्डा कमाल दा डूंगा शब्द है, बांह पकड़ना। मैं एक बार आप जी नूं शायद इत्थे अर्ज कीती सी, असीं कहने आ गुरु दी उंगल पकड़ लो, कहने आ ना, ते महाराज दी बाणी च ज्यादा शब्द बांह पकड़न दा ही आउंदा है कि गुरु जी तुसीं बांह पकड़ लो, असीं उंगल पकड़ांगे। मान लो निक्के बच्चे ने, ये बजुर्ग नाल इत्थे आए जां किसे इकट्ठ वाली थां च गए, बजुर्ग दी इन्हां उंगल पकड़ ली, उस बजुर्ग दी उंगल विच समर्था है, पर पकड़न वाले दियां पकड़ विच असमर्थता है। ਉਹਦੇ ਕੋਲ ਇੰਨੀ ਜ਼ਬਰਦਸਤ ਪਕੜ ਨਹੀਂ, ਉਹਦੇ ਛੋਟੇ ਛੋਟੇ ਬੱਚੇ ਦੇ ਹੱਥ ਨੇ, ਉਹ ਪਕੜ ਵੀ ਲੈ ਆਪਣੇ ਵੱਲੋਂ ਘੁੱਟ ਕੇ, ਪਿੱਛੋਂ ਧੱਕਾ ਵੱਜੇ ਤੇ ਉਹਦੀ ਪਕੜ ਛੁੱਟ ਜਾਂਦੀ ਏ। ਤੇ ਜੇ ਬਜ਼ੁਰਗ ਬੱਚੇ ਦੀ ਬਾਹ ਘੁੱਟ ਕੇ ਪਕੜ ਲੈ, ਧੱਕਾ ਵੱਜੇ ਤਾਂ ਵੀ ਨਹੀਂ ਛੁੱਟਦੀ। ਆ ਬਾਹ ਪਕੜਨ ਦੀ ਗੱਲ ਕਹੀ ਮਾਰੇ ਨੇ ਉੱਥੇ। ਗੁਰਮਖੋ, ਸਾਡੀ ਬੁੱਧੀ ਉਂਗਲ ਪਕੜੇਗੀ ਗੁਰੂ ਦੀ, सच ये वे किते वासना का धक्का पेगा, साड़ी मत कमजोर है, ये छुट जाएगी। पर जदों गुरु तेग बहादुर बांह पकड़ेगा ना, जिन्ने मर्जी धक्के वजदे रहन, गुरु कदी बांह नहीं छड्डदा हुंदा। इस करके गुरु साहब ने शब्द वरते ना इत्थे, भट्ट जी ने गुरु साहब बारे, क्योंकि महाराज दे मुख तो बुला रहे, बांह जिन्हां दी पकड़ी है। ते गुरु ग्रंथ साहब च एक बचन आउंदा, बांह पकड़ ठाकुर हो किद्दी, मेरा गुण अवगन ना विचारिया। ਜਦੋਂ ਬਾਂਹ ਪਕੜ ਲਈ, ਗੁਣ ਔਗਣ ਕਾਹਦਾ। ਦੂਸਰੀ ਗੱਲ, ਇੱਕ ਤੁਸੀਂ ਹੋਰ ਪਾਠ ਕਰ ਦਿਓ, ਭੁੱਲੇ ਮਾਰਗ ਜਿਹਨੇ ਬਤਾਇਆ ਨਾ, ਉਹਦੇ ਵਿੱਚ ਇੱਕ ਤੋਕ ਆਉਂਦੀ ਹੈ, ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ। ਵੇਖੋ ਬਾਂਹ ਪਕੜ ਲਈ ਜੀ। ਜਦੋਂ ਗੁਰੂ ਬਾਂਹ ਪਕੜਦਾ ਨਾ, ਉਦੋਂ ਦੁਨੀਆ ਦਾ ਇਤਿਹਾਸ ਪਲਟ ਕੇ ਰੱਖ ਜਾਂਦਾ ਹੈ। ਮੈਨੂੰ ਇੱਕ ਸਾਖੀ ਇੱਥੇ ਛੋਟੀ ਜੀ ਘਟਨਾ ਹੈ, ਉਹਨੇ ਅਰਥ ਮੈਂ ਕਰਨੇ ਇਸੇ ਸ਼ਬਦ ਦੀ ਨੇ। ਜਦੋਂ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਨਾ ਜੀ ਕੌਡੇ ਨੇ, ਭਾਈ ਸਾਹਿਬ ਨੂੰ, ਉਹਨਾਂ ਨੇ ਫਿਰ ਆਪਣੇ ਮੁਰਸ਼ਿਦ ਸਤਿਗੁਰਾਂ ਨੂੰ ਯਾਦ ਕੀਤਾ। ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਹੈ ਕਿ ਦੂਸਰੇ ਸਾਥੀ ਭਾਈ ਬਾਲਾ ਦਾ ਜ਼ਿਕਰ ਕਰਦੇ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ। ਤੇ ਮਹਾਰਾਜ ਕਹਿਣ ਲੱਗੇ ਵੀ ਸਾਨੂੰ ਨਾ ਮਰਦਾਨਾ ਜੀ ਯਾਦ ਪੈ ਕਰਦੇ ਨੇ, ਅਸੀਂ ਚੱਲਣਾ ਉਹਦੇ ਕੋਲ। ਤੇ ਅੱਗੋਂ ਭਾਈ ਸਾਹਿਬ ਕਹਿੰਦੇ ਆ, ਮਹਾਰਾਜ ਜੀ ਉਹ ਜਦੋਂ ਮਰਜੀ ਆਉਂਦਾ ਰੁੱਸ ਜਾਂਦੇ ਨੇ, ਪਰ ਉਹਦਾ ਰੋਸਾ ਯਾਦ ਰੱਖੋ ਇਸ ਤਰ੍ਹਾਂ ਸੀ ਜਿਵੇਂ ਪਾਣੀ ਦੇ ਉੱਤੇ ਲਕੀਰ ਹੈ। ਕਈਆਂ ਦਾ ਰੋਸਾ ਇਸ ਤਰ੍ਹਾਂ ਹੁੰਦਾ ਜਿਵੇਂ ਪੱਥਰ ਦੇ ਉੱਤੇ ਲਕੀਰ ਹੈ। ਫਰਕ ਹੈ ਨਾ, ਪੱਥਰ ਤੇ ਲਕੀਰ ਪਾ ਦਿਓ, ਉਹਨੇ ਮਿਟਣਾ ਨਹੀਂ। ਆ ਬੱਚਿਆਂ ਦਾ ਰੋਸਾ ਜਿਹੜਾ, ਇਹ ਪੱਥਰ ਤੇ ਲਕੀਰ ਥੋੜਾ, ਜਦੋਂ ਸ਼ਰੀਕ ਬਣ ਜਾਣ ਤੇ ਪੱਥਰ ਤੇ ਲਕੀਰ ਦੀ ਤਰ੍ਹਾਂ ਰੁੱਸਦੇ ਆ। ਨਿੱਕਾ ਨਿਆਣਾ ਕਿੰਨੀ ਵਾਰੀ ਮਾਂ ਨਾਲ ਰੋਜ਼ ਰੁੱਸਦਾ ਹੈ ਤੇ ਸ਼ਾਮ ਨੂੰ ਫਿਰ ਗਲਵੱਕੜੀ ਪਾ ਲੈਂਦਾ, ਉਹਦਾ ਰੋਸਾ ਪਾਣੀ ਤੇ ਖਿੱਚੀ ਹੋਈ ਲਕੀਰ ਹੈ, ਆਈ ਤੇ ਮਿਟ ਗਈ। ਉੱਥੇ ਮਹਾਰਾਜ ਜੀ ਨੇ ਨੂੰ ਕਹਿੰਦੇ ਨੇ, ਮਹਾਰਾਜ ਇਹ ਰੁੱਸ ਜਾਂਦੇ ਨੇ, ਰਹਿਣ ਦਿਓ ਹੁਣ, ਜਿੱਥੇ ਫਸਿਆ ਫਸਿਆ ਰਹਿੰਦੇ ਹੋ। ਸਤਿਗੁਰੂ ਦੇ ਸ਼ਬਦ ਸੁਣਨ ਵਾਲੇ ਨੇ, ਕਹਿੰਦੇ ਨੇ, ਬਾਲਾ ਭੁਜਾ ਗਹਿ ਕੀ ਲਾਜਾ। ਭੁਜਾ ਦਾ ਅਰਥ ਹੈ ਬਾਂਹ, ਜਿਹਦੀ ਮੈਂ ਬਾਂਹ ਪਕੜ ਲਾਂ, ਮੈਂ ਪਕੜ ਦੀ ਲਾਜ ਰੱਖਣਾ ਹੁਣਾ। ਉਹ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਦਾ, ਇਹ ਮੈਟਰ ਨਹੀਂ। ਬਾਲਾ ਭੁਜਾ ਗਏ ਕੀ ਲਾਜਾ,
पुन अपना है उस संकाजा, निता प्रति रबाब बजावे, कर संगीत वो मोए रजावे, रोज कीर्तन सुनांदा है। मेरी सुरत नूं खेड़े विचों सहायक हुंदा है गा के, जिदी मैं बांह पकड़ ला, ना मैं इत्थे छाना ते ना मैं उत्थे छड़ ला। एक गल याद रखियो, गुरु जदों बांह पकड़दे ने ना जी, मैं फिर बेनती करो, दी पकड़ तां जमदूत भी नहीं छुड़ा सकते। वो पकड़ ऐसी है। हजूर सच्चे पातशाह गुरु तेग बहादुर साहब फिर कहने मन किवें टिके, गुर शब्दी ए मन होड़ीए। ਇਹਦਾ ਕਾਰਨ ਕੀ, ਮੈਂ शायद कल ਇੱਥੇ ਸੁਬਾਹ ਅਰਜ਼ ਕੀਤੀ ਸੀ, ਇੱਥੇ ਹੀ ਹੁਣ ਆਪਾਂ ਫਿਰ ਦੁਬਾਰਾ ਰਿਪੀਟ ਕਰ ਦੇਣਾ। ਸਭ ਤੋਂ ਤੇਜ਼, ਸਭ ਤੋਂ ਰਫਤਾਰ ਤੇਜ਼ ਕਿਹਦੀ ਹੈ? ਲਾਈਟ ਦੀ ਹੈ ਨਾ। ਕੱਲ ਮੈਂ ਕਿਹਾ ਸ਼ਾਇਦ ਇੱਥੇ ਹੈ ਨਾ, ਸਭ ਤੋਂ ਤੇਜ਼ ਲਾਈਟ ਦੀ ਸਪੀਡ ਰਫਤਾਰ ਹੈ ਰੋਸ਼ਨੀ ਦੀ, ਤੇ ਰੋਸ਼ਨੀ ਤੋਂ ਜ਼ਿਆਦਾ ਤੇਜ਼ ਜਿਹੜਾ ਸਾਡਾ ਖਿਆਲ ਹੈ। ਖਿਆਲ ਦਾ ਮੁਕਾਬਲਾ ਰੋਸ਼ਨੀ ਕਰ ਸਕੇਗੀ? ਦੁਨੀਆ ਵਿੱਚ ਕੋਈ ਵੀ ਤਕੜੀ ਤੋਂ ਤਕੜੀ ਤੇਜ਼ ਰਫ਼ਤਾਰ ਵਾਲੀ ਚੀਜ਼ ਥੌਟ ਦਾ ਮੁਕਾਬਲਾ ਨਹੀਂ ਕਰ ਸਕਦੀ। ਫੁਰਨੇ ਦਾ ਖਿਆਲ ਕਹਿ ਲਓ, ਚਿਤਵਨ ਦਾ, ਸਭ ਤੋਂ ਤੇਜ਼ ਖਿਆਲ ਰੋਸ਼ਨੀ ਤੋਂ ਵੀ। ਤੇ ਇਸ ਖਿਆਲ ਤੋਂ ਤੇਜ਼ ਕੀ ਹੈ? ਇਸ ਤੋਂ ਤੇਜ਼ ਹੈ ਗੁਰੂ ਦਾ ਸ਼ਬਦ। ਸ਼ਬਦ ਇਸ ਮਨ ਨੂੰ ਬੰਨ੍ਹ ਕੇ ਰੱਖ ਦਿੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿੰਨਾ ਬਾਣੀ ਵਿੱਚ ਮਨ ਨੂੰ ਉਹਨਾਂ ਨੇ ਸੰਬੋਧਨ ਕੀਤਾ ਹੈ, ਹੋਰ ਵੀ ਬਾਣੀਕਾਰ ਮਨ ਦੀ ਗੱਲ ਕਰਦੇ ਆ, ਸਭ ਤੋਂ ਜ਼ਿਆਦਾ ਜੇ ਸੰਬੋਧਨ ਕਿਸੇ ਨੇ ਬਾਣੀ ਵਿੱਚ ਮਨ ਨੂੰ ਕੀਤਾ ਹੈ ਤੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ ਹੈ। ਅੱਜ ਸਤਿਗੁਰਾਂ ਨੇ ਜਿਹੜਾ ਤੀਜਾ ਸ਼ਬਦ ਬਖਸ਼ਿਆ, ਇਹਦੇ ਥੋੜੇ ਅਰਥਾਂ ਵੱਲ ਆਪ ਜੀ ਤਵੱਜੋ ਜ਼ਰੂਰ ਦਿਆ ਜੇ। ਇਹ ਬਚਨ ਹੈ ਜੈ ਜਾਵੰਤੀ ਮਹੱਲਾ 9ਵਾਂ। ਇਹ ਰਾਗ ਜੈ ਜਾਵੰਤੀ ਹੈ। 9ਵੇਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਅੱਗੇ ਬਚਨ ਨੇ ਰੇ ਮਨ, ਮਨ ਨੂੰ ਸੰਬੋਧਨ ਕੀਤਾ। ਰੇ ਮਨ, ਹੇ ਮਨਾ, ਕੌਣ ਗਤ ਹੋਏ ਹੈ ਤੇਰੀ। ਗਤ ਦਾ ਅਰਥ ਹੈ ਹਾਲਤ, ਕੌਣ ਦਾ ਅਰਥ ਹੈ ਕਿਹੜੀ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਤੇਰੀ ਕੀ ਹਾਲਤ ਹੋਵੇਗੀ, ਤੇਰੇ ਨਾਲ ਬੰਨਾ ਕੀ, ਕਦੀ ਤੂੰ ਸੋਚਿਆ। ਤੇ ਮਹਾਰਾਜ ਕਹਿੰਦੇ ਨੇ ਇਹ ਜਗ ਮਹਿ ਰਾਮ ਨਾਮ, ਇਸ ਦੁਨੀਆ ਵਿੱਚ ਜਿਹੜਾ ਕੰਮ ਆਉਣ ਵਾਲਾ ਸੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਦਾ ਨਾਮ ਹੈ। ਤੇਰੀ ਹਾਲਤ ਕੀ ਹੋਵੇਗੀ ਮਨਾ। ਇਹ ਜਗ ਮਹਿ ਰਾਮ ਨਾਮ, ਇਹ ਜਗ ਮਹਿ ਰਾਮ ਨਾਮ ਸੋ ਤਉ। ਇੱਥੇ ਪਾਠ ਤੋ ਨਹੀਂ ਤਉ ਹੈ, ਊੜੇ ਨੂੰ ਔਂਕੜ ਲੱਗੀ। ਸੋ ਤਉ ਨਹੀਂ ਸੁਨਿਓ ਕਾਨ। ਇਸ ਦੁਨੀਆ ਵਿੱਚ ਜਿਸ ਨੇ ਅੰਤਲੇ ਸਮੇਂ ਤੱਕ ਸਾਥ ਦੇਣਾ ਹੈ ਉਹ ਪ੍ਰਭੂ ਕਾ ਨਾਮ ਹੈ। ਤੇਰੀ ਹਾਲਤ ਕੀ ਹੋਵੇਗੀ। ਉਹ ਬੰਦਿਆ ਤੂੰ ਕਦੀ ਕੰਨਾਂ ਨਾਲ ਉਸ ਦੇ ਨਾਮ ਨੂੰ ਸੁਣਿਆ ਹੀ ਨਹੀਂ। ਸੋ ਤਉ, ਮਹਾਰਾਜ ਕਹਿੰਦੇ ਸੁਨਿਓ ਕਾਨ। ਅਗਲੇ ਬਚਨ ਨੇ ਬਿਖਿਅਨ, ਇਹ ਬਿਖ ਦਾ ਬਹੁਵਚਨ ਹੈ। ਜ਼ਹਿਰ ਆਪਾਂ ਕਹਿ ਲਈਏ, ਵਕਾਰ ਕਹਿ ਲਈਏ। ਬਿਖਿਅਨ ਸੋ ਅਤ ਲੁਭਾਨ। ਲੁਭਾਨ ਦਾ ਅਰਥ ਹੁੰਦਾ ਪ੍ਰਵਿਰਤ ਹੋ ਜਾਣਾ। ਅਤ ਸ਼ਬਦ ਬੜੇ ਸਿਰੇ ਦਾ ਹੁੰਦਾ ਹੈ ਜੀ। ਇਹਦਾ ਮਤਲਬ ਜਿਹੜੇ ਮੁੜਨ ਦੀ ਕੋਈ ਆਸ ਨਹੀਂ, ਅਤ ਕਰ ਦਿੱਤੀ। ਅਤ ਦਾ ਅਰਥ ਅਖੀਰ। ਇਹ ਮੇਰੇ ਮਨਾ ਤੇਰਾ ਕੀ ਬਣੇਗਾ ਓਏ, ਕਦੀ ਤੂੰ ਪਰਮਾਤਮਾ ਦਾ ਨਾਮ ਕੰਨਾਂ ਨਾਲ ਸੁਣਿਆ ਨਹੀਂ, ਜਿਹੜਾ ਮਦਦਗਾਰ ਹੈ। ਇਸ ਵਾਸ਼ਨਾ ਵਿੱਚ, ਇਸ ਮਾਇਆਵੀ ਸ਼ਬਦ ਵਰਤੋਂ ਵਿਸ਼ੇ ਵਾਸ਼ਨਾ ਵਿੱਚ ਤੂੰ ਅਤ ਦਾ ਖਚਤ ਹੈ। ਮਤ ਨਾਹਿਨ ਫੇਰੀ। ਮਤ ਦਾ ਅਰਥ ਆਪਣੀ ਸੋਝੀ, ਮਤ ਜਿਹਨੂੰ ਕਹਿੰਦੇ। ਨਾਹਿਨ ਦਾ ਅਰਥ ਨਹੀਂ, ਫੇਰੀ ਦਾ ਅਰਥ ਪਰਤਾਈ, ਘੁਮਾਈ। ਤੇਰਾ ਮਨ, ਤੇਰੀ ਮਤ ਉਸ ਵਿਸ਼ੇ ਵਿੱਚ ਦਿਨ ਰਾਤ ਗੜੋਂਦ ਰਹਿੰਦੀ ਹੈ। ਕਦੋਂ ਸਮਾਂ ਆਵੇਗਾ ਓਏ ਜਦੋਂ ਤੂੰ ਆਪਣੀ ਮਤ ਨੂੰ ਵਿਸ਼ੇ ਤੋਂ ਹਟਾ ਕੇ ਨਾਮ ਵਾਲੇ ਪਾਸੇ ਜੋੜੇਗਾ। ਮਹਾਰਾਜ ਨੇ ਇਹ ਰਹਾਉ ਦੀਆਂ ਤੁਕਾਂ ਨੇ। ਇੱਥੇ ਮੈਂ ਹੋਰ ਇੱਕ ਬੇਨਤੀ ਕਰਾਂਗਾ। ਗੁਰੂ ਗ੍ਰੰਥ ਸਾਹਿਬ ਵਿੱਚ ਮਨ ਦਾ ਬੜਾ ਜ਼ਿਕਰ ਕੀਤਾ ਹੈ। ਆਪ ਜੀ ਦੇਖੋ, ਮਨ ਤੋਂ ਬਿਨਾ ਕੁਝ ਬਣ ਵੀ ਨਹੀਂ ਸਕਦਾ। ਮਨ ਹੈ ਕੀ? ਇਹ ਵੀ ਬੜੇ ਸਵਾਲ ਉੱਠਦੇ ਆ ਕਿ ਮਨ ਕੀ ਹੈ। ਕਈ ਵਾਰੀ ਅਸੀਂ ਹਾਰਟ ਨੂੰ ਸ਼ਬਦ ਵਰਤਦੇ ਆ ਮਨ। ਪੜ੍ਹੇ ਲਿਖੇ ਸਾਇੰਸ ਵਾਲੇ ਸ਼ਬਦ ਸੱਜਣ ਕਈ ਵਾਰੀ ਇਹ ਆਪਣੇ ਬ੍ਰੇਨ ਨੂੰ ਸ਼ਬਦ ਵਰਤ ਦਿੰਦੇ ਆ ਮਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਾਠ ਕਰਨੇ ਆ ਗੁਰਮਖੋ, ਮਨ ਆਕਾਰ ਰਹਿਤ ਹੈ। ਮਨ ਦੀ ਕੋਈ ਸ਼ਕਲ ਨਹੀਂ। ਮਨ ਅਦ੍ਰਿਸ਼ਟ ਹੈ।
है साडे शरीर दे अंदर ही, पर कमाल दी गल अदृष्ट ने दृष्टमान नूं घुट के पकड़िया होया है अदृष्ट। जे असीं इहनूं कहीए भी फिजिकल पार्ट है बॉडी का, ये तो है ही नहीं जी। मैं एक दिन कहा सी कि अज बहुत तरक्की हो गई, जिहड़ी आ साडा हार्ट है जिहदे किते ब्लॉकेज हुंदी है, तुसीं डॉक्टर देखो नाल ही नाड़ी पा के बाईपास सर्जरी कर दिंदे आ। जे किडनियां फेल होण ਉਹ बदल दिंदे आ, लंग्स बदल दिंदे आ। ते जे मन किते दसदा दिसदा हुंदा मशीनां ला के नूं धो के साफ ना कर दिंदे। जे दिसदा हुंदा इहनूं क्यों ना साफ कर दे। याद रखियो दुनिया दी हर मशीन दिसदे कोई शरीर दे अंगां नूं सीख कर सकदी है, अनदिसदे नूं केवल शब्द ही धो सकदा है। शब्द तो बिना नूं कोई नहीं धो सकदा। इस बेनती नूं थोड़ा जिहा ध्यान नाल सुणियो। अनदिसदा है ते दिसदे नूं काबू करी बैठा। श्रीमान भाई गुरदास साहिब जी का एक बचन है, ਉਹਦੇ ਵਿੱਚ ਉਹਨਾਂ ਨੇ फरमाया, उंज मैं एक बार अर्ज की सी, ਜਿਹੜੇ मनोविग्यान पढ़ते आ ਉਹ मन ਨੂੰ 4 ਹਿੱਸਿਆਂ 'ਚ ਵੰਡਦੇ ਆ। ਕੌਂਸ਼ੀਅਸ, ਸਬ ਕੌਂਸ਼ੀਅਸ, ਸੁਪਰ ਕੌਂਸ਼ੀਅਸ, ਅਨਕੌਂਸ਼ੀਅਸ। 4 ਹਿੱਸੇ ਹੋ ਗਏ ਨਾ। ਕੌਂਸ਼ੀਅਸ, ਅਨਕੌਂਸ਼ੀਅਸ, ਸਬ ਕੌਂਸ਼ੀਅਸ, ਸੁਪਰ ਕੌਂਸ਼ੀਅਸ ਸ਼ਬਦ ਵਰਤਨੇ। पर गुरबाणी जदों मन की गल करदी, महाराज कहंदे आ ये मैला भी है, ये ज्ञानी भी है, ये ध्यानी भी है, ये चोर भी है, ते जे रब मेहर करे रब वर्गा भी बन जाता। देखो गुरु ग्रंथ साहिब च एक शब्द हुंदा है मन जोगी, मन भोगिया। महाराज वरत रहे ने मन मूर्ख गवार, मन दाता, मन मंगता, मन सिर गुर करता। हुण एक मन लई किन्ने शब्द वरते, ये दाता भी है, देंदा भी है, ते कई बारी मंगता बन के मंगण भी लग पैंदा है। किते भोगी बन के विषयां विच दिन रात प्रवृत्त रहिंदा है, किते भोग तो अक के कहंदा नहीं वो रब नाल जुड़ना चाहिए, उदों जोगी बन जांदा। किवें बनांदा है? मन जोगी, मन भोगिया, मन मूर्ख गवार, मन दाता, मन मंगता, मन सिर गुर करतार। मैं आप थोड़ी जी एक बेनती करके, क्योंकि गुरु तेग बहादुर की सारी साधना मन की है। मन नूं काबू किवें करिए? बाहर मुखी बंदा जज्बात च आ जाता है, इमोशनल हो जाता है। प्यारिओ मन नाल लड़ना बड़ा मुश्किल जी, ये बंदे की बस करा दिंदा है। मैं कई बार बेनती करना, कथा करनी बड़ी सौखी, सौखी भी कह लो, सौखी ये गल्लां ही करनियां ने ना। चलो रब तरस करे, अंदर की सुरत बख्शे। ਜਿਹੜੇ ਕਹਿੰਦੇ महाराज भोरे च किवें बैठे जी, हो ही नहीं सकता सिक्खी दा इस तरह जी उस तरह जी। मैं एक दिन कहा सी, याद रखियो गुरु तेग बहादुर साहब जिथे भी गए ना जी, लम्मा समा जिथे रखियो भोरे च बैठते हुंदे सन। आनंदपुर साहब महाराज का भोरा, गुरुद्वारे का नाम भोरा साहब है, जिथे महाराज की रहायश है। जे कोई कहे जी नहीं, मैं एको बेनती करांगा, एक दिन अपने बैडरूम विच, जिहड़ा बहुत गल्लां करदा है सारियां लई, एक दिन अपने बैडरूम विच ना फोन, ना टीवी, ना परिवार, ना कोई मैगजीन, कुछ नहीं, एक दिन रह के दिखाए, सवेर तक कमला होके बाहर निकलूगा। क्योंकि जे सिमरन नहीं, इकल बंदे नूं खा जाती है। इकल होर चीज़ हुंदी, एकांत होर चीज़ हुंदा है। आप जी देखियो, परिवार च रहिंदे आ, किसे कमरे च इकल्ला बंदा रहिंदा होवे, कोई परिवार दा जी ना होवे, उस इकल विच दो ही गल्लां हो सकदियां ने। जां तां उस इकल दे विच वासना दी खनेरी बहुत चलेगी, ते जे किते रब शब्द दी दात देवे, उस इकल नूं एकांत बना लेगा, उत्थे परमात्मा दी याद आ जाएगी। थोड़ा जिहा इस बेनती नूं क्यों आपां इस बारे बाणी दा प्रकरण रखे? क्योंकि गुरु तेग बहादुर साहब दा जीवन इबादत तो शहादत तक दा है। फिर लव सुनो, इबादत गुरु तेग बहादुर साहब दे जीवन दी नींह है। गुरु तेग बहादुर जी दे जीवन दी जड़ इबादत है, ते गुरु तेग बहादुर साहब दे जीवन दा शिखर जिहड़ा है वो शहादत है। इबादत और शहादत। महाराज सच्चे पातशाह जी, थोड़ा जिहा मैं फिर बेनती करांगा, मन है असी बैठे हैं, देखो ये किन्नियां खेडां खेडदा है, इदू वड्डा धोखेबाज कोई नहीं। तो याद रखियो, जे किते शब्द नाल जिड़ गया, इदू वड्डा मित्र कोई नहीं। एडा वड्डा मित्र भी है, धोखेबाज भी है। मैं शब्द वरत्या, अदृष्ट दृष्ट मान नूं पकड़ी बैठा, ते गुरु तेग बहादुर साहब कहंदे ने
मैनू तेरी चिंता लगी है, तेरा हाल की होना ओए। कदी तू सोचिया कि रब दा नाम नाल रहना, वो तू कान नाल कदी सुनिया नहीं। हुण वेखो, मैं एक बार कहा सी, असी अखां नाल देखने ने जी, कोई दृश्य देखो, ये भी बाणी है, कोई अपने कोलों नहीं गल। अखां नाल देखण तो बाद कहने आ तुहाडे दर्शन करके ना अज मन नूं ठंड पै गई। अगला सवाल करेगा वेख्या किन्ने? कदी किसी ने कहा अखां नूं ठंड पै गई? वो कौन है जिहड़ा अखां च बैठा वेख रहा है ते रस पिछे लै रहा है? आप जी कीर्तन सुनो ते आप जी कीर्तन तो बाद कहोगे अज कीर्तन सुनिया मन आनंदित हो गया। कदी किसी ने कहा अज कान आनंदित हो गए? सुनिया ते कान नहीं खे। फिर बेनती है, अखां देखदियां ने स्वाद मन लैंदा है, कान तां इंस्ट्रूमेंट ने, ये बेचारे सुनते ने ते पिछे रस मन लैंदा है। जीभ दी की ताकत थोड़ी जी, निक्का जिहा मास दा टुकड़ा, ਇਹਦਾ भी रस मन लैंदा है। किसे दी निंदिया करके खुशी रसना नहीं हुंदी, ਇਹਦੇ पिछे साडे ख्याल नूं खुशी हुंदी है। खुश तो होई हुंदा है ना, यही खुश हुंदा है। भाई साहब कहंदे आ, अखी अंदर वेखदा कर चोज विड़ाणा, कन्नी सुनदा सुरत कर आखाण वखाणा, जे वह अंदर बोलदा बो साध लुभाणा, हथी किरत कमामदा पग चले सुजाना, देही अंदर एक मन इंद्री परवाना। एक मन नूं इंद्रियां ने परवान कर लिया। मैं आप नूं बेनती करा गुरु तेग बहादुर साहब की थोड़ी जी बाणी चों कि मना तेरा बनेगा की, जिन्हें तेरा साथ देना ओदी तू बंदगी नहीं की। अज मैं जरूर जिक्र कर दियांगा, मैनू बेटे ने कहा भाई साहब जी दे ने भी इन्हां तिन्हां दा सी सवेरे जिक्र कीता सी, भाई मती दास जी, भाई सती दास जी, भाई दयाला जी, तिन्हां दा जिक्र किया। पर अज जदों असीं बैठे हाँ, ठीक है असीं अज आधुनिक युग च वरत रहे हैं। जिस दिन महाराज इत्थे सन उदन तक कोतवाली सी ते आ बुढ़ा रुख सी बोर्ड दा पुराना, जिथे हजूर नूं सवेरे शहीद किया जाना। कदी इसनूं महसूस करके देखिए, पिंजरे च गुरदेव ने अंदर ते चौंक दे विच तिन्ने शरीर पए होए आ। उस दिन तां चुक्कन नहीं दिते ना, तिन्ने शरीर पे, एक दो फाड़ होया पिया, एक दियां खड्डियां ते चम वख वख होया पिया, उबलिया पिया है, ते तीसरा अध सड़िया शहीद हो चुका है पर मुकम्मल नहीं सड़िया। किन्ना को रूह लपेट के साड़ दूगा? अध सड़िया होया चौंक च बैठ पिया है। ते गुरु तेग बहादुर साहब पिंजरे च ने। मैं इत्थे कुछ बेनतियां आप नूं करनियां ने। गुरमुखो, गुरु ग्रंथ साहिब जी की बाणी मुताबक सिख गुरु नूं दिलों मुहब्बत करदा है। ये भी वो तरस करे तां, क्योंकि अज इत्थे जिन्हां शहादत दा जाम पीता वो स्वार्थी धोखेबाज ते मौका परस्त नहीं सन। याद रखो जेड़े मरे ने, मैं मरे लफ्ज वरतिया उस दिन भी मैं कहा सी भी पूरे गुरु ग्रंथ साहिब च शहीद लफ्ज सिर्फ 2 बारी आया है, ज्यादा शब्द मरे ही आया है। अज वो शहीद किए गए क्योंकि शब्द अरबी का सी, परवान कर लिया पंजाबी च। लफ्ज तो 2 ने अरबी दे, एक शहीद ते एक शहादत। ते शहीदी लफ्ज तो है ही नहीं अरबी का, ये पंजाबी च आके सी अपना शब्द बना लिया। स्वीकार है सानू, क्योंकि भाषावां एक दूजे के शब्द उधारे लैके नवे शब्द सिरज दिंदियां। मैं आप नूं बेनती करा कि 3 सिख ने, इन्हां ने शहादत का जाम पीता। इन्हां नूं हजूर गुरु तेग बहादुर नाल अत दा नेह है। गुरु ग्रंथ साहिब की बाणी कहती है कुरबान वही हुंदा जिहड़ा मुहब्बत करदा है, जिहड़ा मुहब्बत नहीं करदा खून का रिश्ता भी होवे वो धोखा दे जाता है। प्यार करने वाले रत्ते सही जे मुख ना मुड़न, जिहड़े रंग रत्ते ने वो कदी मूँह नहीं मोड़ते। जिनी संझाता साईं झड़ झड़ पाउंदे कच्चे बिरखी, जिन्ना कार ना आई। महाराज ने शब्द बाणी च कहा कि जिहड़े दिलों प्यार करते आ, जिथे लालच उत्थे मुहब्बत नहीं हुंदी। गुरमुखो, जिवें आप रोज आसा की वार विच पढ़दे हो, एक कनेही आशकी दूजा लगे जाए। इत्थे आशिक अपने महबूब तो कुर्बान होए आ। ये प्यार आशिक शब्द नूं गलत अर्थां च नहीं ले जाना। एक कनेही आशकी दूजा लगे जाए, कादी आशकी होई? अपने महबूब नूं छड्ड के दूजे भाव विच प्रवृत्त हो जाना। एक कनेही आशकी दूजे लगे जाए,
महाराज कहते ने ये किसी अर्थ नहीं हुंदी। आशिक कौन है? इवें सतगुरु जी का बचन असी पढ़ने का कि असल विच आशिक होवे जो परमात्मा जो प्यारा वरतांदा है उसनूं खिड़े बत्थे वो स्वीकार कर लैंदा है। हुण भाई साहब भाई मती दास जी अपने प्यारे नूं मुहब्बत करते पे ते वो सदा जुड़े आ, उन्होंने मौत भी नहीं तोड़ सकती। एक कनेई आशकी दूजा लगे जाए, नानक आशक कांडिया सद ही रहे समाए। सद ही अपने महबूब विच जुड़िया रहे। ते अगे उन्होंने वेरवा दिता, चंगा चंगा कर मन्ने, मंदा मंदा ये आशक की निशानी नहीं। ये फिर सुनियो, चंगा चंगा कर मन्ने। जिदन प्यारे ने कोई चंगा काम कर दिता, कोई दे दिता, ते सारा दिन मेरा प्यारा चंगा मेरा प्यारा चंगा। ते जिदन कोई माड़ा हो गया उदन सारा दिन भंडी जाना, काहदा प्यार किया सानूं ते दुख दिता। फिर बिनती, चंगा चंगा कर मन्ने दे अर्थ करांगे, जदों चंगा होया ते महबूब चंगा, मंदा जिदन माड़ा होया मंदा मंदा होए। आशिक ये ना आखियां जे लेख है वरतै सोए गुरमुखों नूं कदी आशिक नहीं कहंदे जिहड़े अपने महबूब नाल लेखे करदे हुंदे आ। ये वो गुरमुख रूहां ने गुरु तेग बहादुर साहब जी नाल ही चले आ। मैं आप नूं बेनती करा आ ही चौंक, क्योंकि मैनूं कहा सी भी तुसीं जरूर जिक्र करके जाओ, भावें शब्द की कथा करनी है। भाई साहब भाई मती दास, सवेरे मैं एक नाम भुल गया सी, मैं तीन कहे सन, मती दास, सती दास, जती दास, एक सखी दास सन। भाई साहब हुणी चार भराता अज इत्थे सज्जण आए भी सन, जिहड़े भाई मती दास की संतान विचों ने सानू मिले आ। जे वो सुनते भी होण, वेखो असी किसी भी शहादत वाले परिवार तो इग्नोर नहीं नूं करदे, पर हिस्टरी भी सानू जो होर मिल जाएगा तो चाहिए इन्हां परिवारां दा मान सन्मान भी होवे। भाई दयाला जी के परिवार विचों भी आए सन। भाई मत्थो मुरारी जी गुरु अमरदास के वेले अज उन्हां दे दर्शन कीते आ। मैं आपनूं बेनती करा, भाई साहब बारे कहा जाता है ये सतगुरां दे दीवान सन। भाई मती दास की पदवी दीवान दी, जिन्होंने आप हाकम कहने। महिमा प्रकाश विच लिख दिया, मती दास गुर को दीवान, सिक्खी में पूर्ण परवान। जिहड़े सिक्खी विच मुकम्मल ने, पूर्ण ने, वो छिब्बर ने, इस जगह ते आउंदे आ। उंज वैसे हजूर की यात्रा आपां सवेरे अर्ज करांगे महाराज जी की। हुण इत्थे भाई साहब जदों हजूर नूं पिंजरे च देखदे आ, ते आप सब नूं पता भी पिंजरा ऐसा ना बह सकदे आ, ना खलो सकदे आ, ना पिछे ना अगे खब्बे सज्जे ढासना नहीं। इत्थों तक हजूर नूं जल पानी भी किन्ने दिता है। जदों इतिहास आपां पढ़ने खां, ਉਹ सिमरन दे पुंज जिन्हां दे सीस ते चवर झुलदा है, जदों उन्हूं पिंजरे च देखते ने भाई मती दास दा अंदर है। इतिहास कहंदा उन्हां क्या महाराज तुसी चाहो तो मैं दिल्ली दी इट नाल इट खड़का सकना। इस नूं असीं कई वारी सुनाउण तो गुरेज करने आ, पर सतगुरु इन्ने समर्थ ने कि सिख दे आरे चलन तो पहला भी उन्होंने गुरमत की सिक्ख्या दई जाते हैं। महाराज असी इट नाल इट खड़का सकने हैं। हजूर हस के कहते आ, एक पासे समुंदर है एक पासे बूंद है। जे समुंदर गंभीरता नाल सब कुछ जरी जा रहा है तो बूंद नूं उछलना नहीं चाहिए। मैं बेनती करांगा, वो सुनदा है काजी। आ दिन जिहड़ा अज निकलिया है, मैं अर्ज की इनू महसूस करिए। महसूस किया जाता सुरत नाल, क्योंकि सुरत बहुत कोई महसूस करती है। मैं एक दिन कहा एक सुखमनी साहब पढ़ती सुरत बाजार च गोलगप्पे खाई जाती, सुरत ही है ना। तो जे आप इत्थे पाठ करते हैं नेत्र बंद करके ये महसूस करिए इस काल के पर्दे नूं पाड़ के भी भाई मती दास जी चौंक विच खलोते हुए हजूर दे नाल आए आ। ते हकूमत चाहती है कि इहो जिहा भयानक दृश्य दिखाओ कि गुरु तेग बहादुर साहब का अंदर किते डोल जाए। ये इस करके हुंदा सी भी पैगंबर नूं डुलाया जाए तो उहदे अखां सामने दृश्य दिखाया जाए। भाई मती दास जी नूं बाहर लिआंदा गया। हजूर सच्चे पातशाह जी उन पिंजरे च ने ते हजूर नूं दिखाया गया सब कुछ। तो मैं एक बार यह भी कीती सी अर्ज,
ਦਾਦਾ ਲਾਹੌਰ ਸ਼ਹੀਦ ਹੋਇਆ ਤੇ ਪੋਤਾ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਇਆ। ਗੁਰੂ ਅਰਜਨ ਦੇਵ ਦਾਦੇ ਨੇ ਨਾ, ਤੇ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਦੇ ਪੋਤੇ ਨੇ। ਤੱਤੀ ਤਵੀ ਤੇ ਦਾਦੇ ਨੂੰ ਬਿਠਾਉਣ ਵਾਲਾ ਜਹਾਂਗੀਰ ਹੈ, ਤੇ ਚੌਂਕ ਵਿੱਚ ਇਸ ਥਾਂ ਤੇ ਹਜ਼ੂਰ ਦਾ ਸੀਸ ਕਲਮ ਕਰਾਉਣ ਵਾਲਾ, ਸ਼ਹੀਦ ਕਰਨ ਵਾਲਾ ਜਹਾਂਗੀਰ ਦਾ ਪੋਤਾ ਔਰੰਗਜ਼ੇਬ ਹੈ। ਦਾਦੇ ਦੀ ਦਾਦੇ ਨਾਲ ਟੱਕਰ, ਪੋਤੇ ਦੀ ਪੋਤੇ ਨਾਲ ਹੈ। ਮਹਾਰਾਜ ਨੇ ਸਿੰਘ ਜਾਂਦੇ ਆ, ਇਹ ਪੰਜਵੇਂ ਜਾਮੇ ਸਿੱਖ ਜਾਂਦੇ ਆ। ਮੈਂ ਇੱਕ ਵਾਰ ਕਿਹਾ ਸੀ, ਭਾਈ ਜੇਠਾ ਜੀ, ਭਾਈ ਬਿਧੀ ਚੰਦ ਜੀ, ਭਾਈ ਪਾਗਾ ਪੁਰਾਣਾ ਹੈ ਨਾ, ਪਰ ਗੁਰੂ ਅਰਜਨ ਦੇਵ ਨੂੰ 5 ਦਿਨ ਤਸੀਹੇ ਦਿੱਤੇ ਜਾਂਦੇ ਆ। 5 ਦਿਨ ਤਸੀਹੇ ਦਿੱਤੇ ਆ, ਇੱਕ ਦਿਨ ਨਹੀਂ। ਤੇ ਪੰਜਵੀਂ ਰਾਤ ਇੰਨੀ ਦਰਦ ਭਰੀ ਸੀ ਕਿ ਸੱਚ ਐਵੇਂ ਤਨ ਸਾਰਾ ਫਲੋਵੇ ਹੋ ਚੁੱਕਾ ਸੀ, ਤੱਤੀ ਤਵੀ ਤੇ ਬੈਠ ਚੁੱਕੇ ਸਨ। ਉਸ ਨੂੰ ਭਾਈ ਸਾਹਿਬ ਨੇ ਕਿਹਾ, ਅਖੀਰ ਵਾਲੀ ਰਾਤ ਗੁਰੂ ਅਰਜਨ ਦੇਵ ਸਾਰੀ ਰਾਤ ਉੱਚੀ ਉੱਚੀ ਬੋਲ ਕੇ ਸ਼ਬਦ ਸੁਣਾਉਂਦੇ ਰਹੇ। ਮਹਾਰਾਜ ਜੀ ਭਾਈ ਸਾਹਿਬ ਨੇ ਲਿਖਿਆ ਹੈ ਕਿ ਉਹਨਾਂ ਨੇ ਉੱਚੀ ਉੱਚੀ ਆਵਾਜ਼ ਸ਼ਬਦ ਸੁਣਾਇਆ, ਪਪੀਏ ਦੀ ਤਰ੍ਹਾਂ ਪੁਕਾਰੇ। ਸਿੱਖਾਂ ਨੇ ਦੇਖਿਆ ਮਹਾਰਾਜ ਜੀ ਨੂੰ ਸ਼ਹੀਦ ਹੁੰਦਿਆਂ। ਮੈਂ ਕਹਿੰਦਾ ਪੰਜਵੇਂ ਜਾਮੇ 'ਚ ਸਤਿਗੁਰੂ ਆਪਣੇ ਪਿੰਡੇ ਤੇ ਖੰਡਾ ਕੇ ਦੱਸ ਰਹੇ ਨੇ, ਸਿੱਖੋ ਸੱਚ ਦੇ ਮਾਰਗ ਤੇ ਚੱਲਦਿਆਂ ਆ ਕੁਝ ਵਾਪਰ ਸਕਦਾ ਹੈ। ਉੱਥੇ ਗੁਰੂ ਅਰਜਨ ਦੇਵ ਸ਼ਹੀਦ ਹੋ ਰਹੇ ਆ, ਸਿੱਖ ਵਾਪਸ ਅੰਮ੍ਰਿਤਸਰ ਆਉਂਦੇ ਆ। ਇੱਥੇ ਗੁਰੂ ਤੇਗ ਬਹਾਦਰ ਦੂਜੇ ਦਿਨ ਸ਼ਹੀਦ ਹੁੰਦਾ, ਪਹਿਲੇ ਦਿਨ ਗੁਰੂ ਕੇ ਸਿੱਖ ਸ਼ਹੀਦ ਹੁੰਦੇ ਆ। ਮਹਾਰਾਜ ਜੀ ਨੇ ਜਿਹੜਾ ਪੂਰਨੇ ਪਾਏ, ਜਿਹੜੀ ਗੱਲ ਸਮਝਾਈ, ਭਾਈ ਸਾਹਿਬ ਭਾਈ ਮਤੀ ਦਾਸ ਜੀ ਇਸ ਚੌਂਕ ਵਿੱਚ ਲਿਆਂਦਾ ਗਿਆ। ਤੇ ਅੱਜ ਵੀ ਕਦੀ ਤੁਸੀਂ, ਮੈਂ ਇਸਲਾਮ ਦੇ ਬਰਖਲਾਫ ਨਹੀਂ ਕੋਈ ਸ਼ਬਦ ਕਹਾਂਗਾ, ਧਰਮ ਕਦੀ ਵੀ ਮਾੜਾ ਨਹੀਂ ਹੁੰਦਾ ਕੋਈ ਵੀ। ਸਾਰੇ ਧਰਮਾਂ ਦੇ ਜਿਹੜਾ ਬੇਸਿਕ ਅਸੂਲ ਹੈ ਨਾ, ਮੂਲ ਗੱਲ ਹੈ, ਉਹ ਦੋ ਹੀ ਗੱਲਾਂ ਜਿਹੜੇ ਧਰਮ ਨੇ। ਮੈਂ ਕਹਿ ਰਿਹਾ ਕਿ ਇੱਕ ਰੱਬ ਨੂੰ ਯਾਦ ਕਰੋ, ਦੂਜੇ ਕੰਮ ਚੰਗੇ ਕਰੋ, ਗੱਲਾਂ ਹੀ ਦੋ ਨੇ। ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਕਿਹਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਆ ਸਾਰੇ ਧਰਮਾਂ ਦਾ ਨਿਚੋੜੇ, ਬਾਕੀ ਸ਼ਰ੍ਹਾ ਵੱਖਰੀ ਵੱਖਰੀ ਹੁੰਦੀ। ਅਸੀਂ ਕੇਸ ਰੱਖਦੇ ਹਾਂ, ਕੋਈ ਮੁੰਡਨ ਕਰਦਾ, ਕੋਈ ਜਨੇਊ ਪਾਉਂਦਾ, ਕੋਈ ਬਿਪਟਾਈਜ਼ ਕਰਦਾ। ਇਹ ਬਾਹਰ ਦੇ ਸਾਡੇ ਆਪੋ ਆਪਣੇ ਧਰਮਾਂ ਦੇ ਅਸੂਲ ਬਣਾਏ ਆ। ਮੈਂ ਇਸਲਾਮ ਬਾਰੇ ਨਹੀਂ ਕਹਿ ਰਿਹਾ, ਪਰ ਜਦੋਂ ਇੰਟਰਪ੍ਰੀਟੇਸ਼ਨ ਕਰਨ ਵਾਲੇ, ਵਿਆਖਿਆ ਕਰਨ ਵਾਲੇ ਅੰਦਰੋਂ ਬੇਈਮਾਨ ਹੋ ਜਾਣ, ਯਾਦ ਰੱਖਿਓ ਉਦੋਂ ਧਰਮ ਦੇ ਜਿਹੜੇ ਲੋਕ ਨੇ, ਅਸਲੀ ਧਰਮੀ ਨਹੀਂ, ਧਰਮ ਦੇ ਨਾਂ ਤੇ ਲੋਕ ਖਤਰਨਾਕ ਰੂਪ ਧਾਰਨ ਕਰ ਜਾਂਦੇ ਆ। ਇੰਨਾ ਸ਼ਾਇਦ ਇਸ ਧਰਤੀ ਤੇ ਆਮ ਖੂਨ ਨਾ ਡੁੱਲਿਆ ਹੋਵੇ ਜਿੰਨਾ ਇਸ ਪਲੈਨਟ ਉੱਤੇ ਧਰਮ ਦੇ ਨਾਂ ਤੇ ਖੂਨ ਡੁੱਲਿਆ ਹੈ। ਜਿੰਨੀ ਇਹ ਧਰਤੀ ਰੰਗੀ ਪਈ ਹੈ ਧਰਮ ਦੇ ਨਾਂ ਤੇ। ਰਾਤ ਵੀ ਮੈਂ ਇੱਕ ਅਰਜ਼ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਨਾ, ਤੇ ਮੈਂ ਕੱਲ ਨੂੰ ਬੇਨਤੀ ਕਰਾਂਗਾ ਉੱਥੇ ਰਕਾਬਗੰਜ ਵੀ, ਇਹ ਤੇ ਰੱਖਿਓ, ਇੱਥੇ ਉਹਨਾਂ ਤਲਵਾਰ ਨਾਲ ਸਿਰ ਲਾਇਆ। ਤਲਵਾਰ ਸ਼ਬਦ ਵਰਤ ਰਿਹਾ ਮੈਂ, ਕਿਰਪਾਨ ਨਹੀਂ ਵਰਤ ਰਿਹਾ। ਤਲਵਾਰ ਨਾਲ ਲਾਇਆ, ਪਰ ਗੁਰੂ ਗੋਬਿੰਦ ਸਿੰਘ ਨੇ ਇਹੋ ਜੀ ਤਲਵਾਰ ਚੁੱਕੀ, ਉਹਨੇ ਸਿਰ ਲਾਉਣ ਵਾਲੀ ਤਲਵਾਰ ਖੁੰਡੀ ਕਰਕੇ ਰੱਖ ਦਿੱਤੀ। ਮਹਾਰਾਜ ਜਦੋਂ ਕਿਤੇ ਧਰਮ ਦੀ ਗੱਲ ਕਰਨੀ ਹੋਵੇ, ਮੈਂ ਕੱਲ ਵੀ ਕਿਹਾ, ਉਹਦੇ ਵਿੱਚ ਇੱਕ ਹਜ਼ੂਰ ਦਾ ਸ਼ੇਰ ਹੈ, ਨਾ ਕਤਰਾ ਮਰਾ ਇਤਬਾਰੇ ਬਰੋਸਤ, ਨਾ ਕਤਰਾ ਮਰਾ ਇਤਬਾਰੇ ਬਰੋਸਤ। ਕਤਰਾ ਦਰਤ ਰਾਤੀ ਕੀਤਾ ਸੀ ਥੋੜਾ ਜਿੰਨਾ। ਕਹਿੰਦੇ ਨੇ ਔਰੰਗਜ਼ੇਬ ਹੁਣ ਤੂੰ ਜਿੰਨੀਆਂ ਮਰਜ਼ੀ ਸਮਾਂ ਚੁੱਕ ਲੈ, ਮੈਨੂੰ ਕਤਰਾ ਵੀ ਤੇਰੀ ਸਹੁੰ ਤੇ ਭਰੋਸਾ ਨਹੀਂ ਕਿ ਬਖਸ਼ੀ ਵੈ ਦੀਵਾਂ ਹਮਾ ਕਿਜ਼ਬ ਗੋਸ਼ਤ। ਬਖਸ਼ੀ ਵਾ ਦੀਵਾਂ, ਤੇਰੇ ਵਜ਼ੀਰ ਤੇ ਤੇਰੇ ਸੈਨਾਪਤੀ ਇੰਨੇ ਝੂਠੇ ਨੇ, ਇੰਨੇ ਬੇਈਮਾਨ ਨੇ, ਜਿਹਨੂੰ ਇਸ਼ਟ ਮੰਨਦੇ ਨੇ ਉਹਦੀਆਂ ਸਮਾਂ ਚੁੱਕ ਕੇ ਵੀ ਮੁਕਰਦੇ ਪਏ ਆ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦਸ਼ਾਹ, ਉਹਨਾਂ ਦੇ ਸਨਮੁਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਬਾਹਰ ਲਿਆਂਦਾ ਗਿਆ। ਕੋਈ ਛੋਟੀ ਜੀ ਗੱਲ ਨਹੀਂ, ਇਹ ਕੋਈ ਨਾਟਕ ਨਹੀਂ ਬਣਾਇਆ ਕਿਸੇ ਨੇ ਪਾਤਰ ਸਿਰਜ ਕੇ। ਸਿੱਖੋ ਯਾਦ ਰੱਖਿਓ, ਇਹ ਸਾਡੇ ਪੂਰਵਜਾਂ ਦਾ ਡੁੱਲੇ ਹੋਏ ਖੂਨ ਦੀ ਤਵਾਰੀਖ ਹੈ, ਉਹਨਾਂ ਦਾ ਇਤਿਹਾਸ ਹੈ। ਭਾਈ ਸਾਹਿਬ ਸਾਹਮਣੇ 3 ਗੱਲਾਂ ਰੱਖੀਆਂ ਗਈਆਂ, ਇੱਥੇ ਸਿਰਫ 3 ਗੱਲਾਂ ਹੀ ਰਿਪੀਟ ਹੋਈਆਂ ਕਈ ਦਿਨ। ਪਹਿਲੀ ਗੱਲ ਇਹ ਸੀ ਕਿ ਕਰਾਮਾਤ ਦਿਖਾਓ, ਜਿਹਨੂੰ ਮੌਜਾ ਕਹਿੰਦੇ, ਕਰਾਮਾਤ ਦਿਖਾਓ। ਜੇ ਕਰਾਮਾਤ ਨਹੀਂ ਦਿਖਾਣੀ ਤੇ ਇਸਲਾਮ ਨੂੰ ਕਬੂਲ ਕਰੋ, ਦੀਨ ਨੂੰ ਕਬੂਲ ਕਰੋ। ਜੇ ਇਸਲਾਮ ਕਬੂਲ ਨਹੀਂ ਕਰਨਾ
ਤੇ ਫਿਰ ਤਿਆਰ ਰਹੋ, ਤੁਹਾਨੂੰ ਮਾਰ ਦਿੱਤਾ ਜਾਏਗਾ। ਅੱਜ ਵੀ ਤਕਰੀਬਨ ਸ਼ਰਅ ਦੀ ਜਦੋਂ ਗੱਲ ਕਰਦਾ ਅਨਮਤ ਵਾਲਿਆਂ ਲਈ, ਜਾਂ ਕਰਾਮਾਤ ਜਾਂ ਇਸਲਾਮ ਤੇ ਤੀਸਰੀ ਗੱਲ ਮੌਤ, ਇਹਨਾਂ ਤਿੰਨਾਂ ਚੋਂ ਚੋਣ ਕਰ ਲਓ। ਮੈਂ ਬੇਨਤੀ ਕਰਾਂ ਕਿ ਭਾਈ ਸਾਹਿਬ ਨੂੰ ਜਦੋਂ ਤਿੰਨ ਕਹੀਆਂ, ਉਹਨਾਂ ਨੇ ਕਿਹਾ ਮੌਜਜ਼ਾ ਨਖੀ, ਦੀਨ ਨਖੀ, ਮੈਨੂੰ ਮੌਤ ਸਵੀਕਾਰ ਹੈ, ਮੈਂ ਮੌਤ ਨੂੰ ਪ੍ਰਵਾਨ ਕਰਨਾ। ਉਹਨਾਂ ਅਗਲੀ ਗੱਲ ਕਹੀ, ਮਰਨਾ ਗੋਲੀ ਨਾਲ ਨਹੀਂ, ਤੀਰ ਨਾਲ ਨਹੀਂ, ਯਕ ਲਖਤ ਕੋਈ ਚੀਜ਼ ਵਰਤ ਕੇ ਤੇਰਾ ਸਿਰ ਨਹੀਂ ਲਾਣਾ, ਮਾਰਾਂਗੇ। ਤਿੰਨਾਂ ਨੂੰ ਤਸੀਹੇ ਵੱਖਰੇ ਵੱਖਰੇ ਦਿੱਤੇ ਆ। ਵੇਖੋ ਤਸੀਹੇ ਵੱਖਰੇ ਵੱਖਰੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਨੂੰ ਤਿੰਨ ਇੰਨੇ ਭਿਆਨਕ ਦ੍ਰਿਸ਼ ਦਿਖਾਏ ਜਾਣ ਕਿ ਸ਼ਾਇਦ ਰਾਤ ਤੱਕ ਇਹਨਾਂ ਦਾ ਅੰਦਰ ਡੋਲ ਜਾਵੇ, ਕਿਉਂਕਿ ਇੱਕ ਤਰੀਕਾ ਨਹੀਂ ਉਹਨਾਂ ਵਰਤਿਆ। ਉਂਝ ਮੈਂ ਬੇਨਤੀ ਕਰਾਂ ਗੁਰਮੁਖੋ, 18 ਤਰੀਕੇ ਸਨ ਉਸ ਰਾਜ ਵਿੱਚ ਕਿਸੇ ਨੂੰ ਮਾਰਨ ਵਾਸਤੇ। 18 ਦੇ 18 ਤਰੀਕੇ ਸਿੱਖਾਂ ਉੱਤੇ ਅਪਣਾਏ ਗਏ ਸਨ, ਪਰਖੇ ਗਏ 18 ਦੇ 18 ਤਰੀਕੇ। ਹੁਣ ਉਹਨਾਂ ਕਿਹਾ ਵੀ ਇਸ ਤਰ੍ਹਾਂ ਨਹੀਂ, ਤੁਹਾਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ। ਚਲੋ ਠੀਕ ਹੈ। ਉਦੋਂ ਬਾਅਦ ਕਵੀ, ਕਥਾ ਵਾਲੇ ਜਾਂ ਰਾਈਟਰ ਜਿਹੜੇ ਨੇ ਉਹ ਰੰਗ ਭਰਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਤੇ ਕਥਾ ਦਾ ਮਤਲਬ ਵੀ ਹੁੰਦਾ ਹੈ। ਗੱਲ ਤਾਂ ਸਿਰਫ ਇੰਨੇ 'ਚ ਮੁੱਕ ਸਕਦੀ ਵੀ ਪੰਡਿਤ ਗਏ, ਮਹਾਰਾਜ ਆਏ, 10 ਨਵੰਬਰ ਨੂੰ ਸਿੱਖ ਸ਼ਹੀਦ ਹੋਏ, 11 ਨਵੰਬਰ ਨੂੰ ਗੁਰੂ ਤੇਗ ਬਹਾਦਰ ਸ਼ਹੀਦ ਹੋਏ, 17 ਨਵੰਬਰ ਨੂੰ ਜਾ ਕੇ ਅਨੰਦਪੁਰ ਸਾਹਿਬ ਸੀਸ ਦਾ ਸੰਸਕਾਰ ਹੋ ਗਿਆ। ਗੱਲ ਤਾਂ ਇੰਨੇ 'ਚ ਵੀ ਖਤਮ ਹੋ ਸਕਦੀ ਹੈ। ਭਾਈ ਸਾਹਿਬ ਜੀ ਨੂੰ, ਭਾਈ ਮਤੀ ਦਾਸ ਜੀ ਨੂੰ ਮਹਾਰਾਜ ਦੇ ਸਨਮੁਖ ਬਾਹ ਚੌਂਕ 'ਚ ਲੈ ਗਿਆ ਇੱਥੇ ਸੱਚ, ਤੇ ਉਹਨਾਂ ਨੂੰ ਕਿਹਾ ਵਿਆ ਆਰੇ ਨਾਲ ਚੀਰਨਾ। ਆ ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਆਪਣੀ ਕਿਤਾਬ 'ਚ, ਉਹ ਕਹਿੰਦੇ ਆ ਉਹਨਾਂ ਨੇ ਕਿਹਾ ਅਜੇ ਵੀ ਦਰਸਤਾਂ ਹੈ, ਇੱਕ ਪਾਸੇ ਆਰਾ, ਦੂਜੇ ਪਾਸੇ ਦੀਨ, ਤੇ ਦੀਨ ਦੇ ਨਾਲ ਸੁਖ, ਜੋ ਕਹੇਗਾ ਤੈਨੂੰ ਮਿਲੇਗਾ। ਭਾਈ ਸਾਹਿਬ ਜੀ ਨੇ ਕਿਹਾ ਚੋਣ ਦੋ ਦੀ ਕਰਨੀ ਹੈ ਨਾ, ਆਰਾ ਮੌਤ ਕੇ ਸੰਸਾਰ। ਕਹਿਣ ਲੱਗੇ ਦੋ ਆਪਸ਼ਨ ਰੱਖੇ ਆ, ਦੋ ਵਿੱਚੋਂ ਚੋਣ ਮੈਂ ਤਾਂ ਇੱਕ ਦੀ ਕਰਾਂ, ਮੈਂ ਦੋ ਦਾ ਸਵਾਦ ਵੇਖਿਆ ਹੋਵੇ ਤਾਂ। ਇੰਨਾ ਤਾਂ ਮੈਨੂੰ ਪਤਾ, ਮੈਂ ਗੁਰੂ ਕਾ ਦੀਵਾਨ ਖਾਂ, ਸਤਿਗੁਰਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ, ਪਰ ਅਜੇ ਤੱਕ ਆਰਾ ਤੇ ਮੈਂ ਕਦੀ ਦੇਖੀ ਨਹੀਂ। ਉਹ ਕਾਜੀ ਜਲਾਦ ਵਾਕਈ ਖੁਸ਼ ਹੋ ਗਿਆ ਵੀ ਵਾਕਈ ਥੋੜਾ ਜਿਹਾ ਇਹ ਸਾਨੂੰ ਦੇਣ ਲੱਗ ਪਿਆ ਥਾਂ, ਵੀ ਆਰਾ ਤਾਂ ਵੇਖੀ ਨਹੀਂ। ਉਹ ਕਹਿੰਦੇ ਤਾਂ ਹੀ ਤਾਂ ਤੈਨੂੰ ਕਹਿੰਦੇ ਪਏ ਆ, ਜੇ ਆਰਾ ਨਹੀਂ ਵੇਖਿਆ, ਆਰਾ ਬੜਾ ਖਤਰਨਾਕ ਹੈ, ਲੱਕੜ ਦੀ ਤਰ੍ਹਾਂ ਚੀਰ ਕੇ ਰੱਖਦਾ ਹੈਗਾ ਜਿਵੇਂ ਲੱਕੜ ਚੀਰੀ ਦੀ ਏ। ਕਹਿਣ ਲੱਗੇ ਮੈਂ ਦੋ ਵਿੱਚੋਂ ਤਾਂ ਇੱਕ ਚੁਣਾਂਗਾ ਜੇ ਮੈਨੂੰ ਆਰੇ ਦਾ ਸਵਾਦ ਵੀ ਥੋੜਾ ਜਿਹਾ ਦਿਖਾ ਦਿਓਗੇ ਤਾਂ। ਉੱਥੇ ਉਹ ਕਹਿੰਦੇ ਨੇ ਭਾਈ ਸਾਹਿਬ ਜੀ ਦੇ ਸੀਸ ਤੇ ਆਰਾ ਰੱਖਿਆ, ਜਲਾਦ ਖਿੱਚਣ ਲੱਗੇ। ਮੈਂ ਫਿਰ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਇਹ ਹੈ, ਮੈਂ ਫਿਰ ਅਰਜੀ ਸ਼ਾਇਰ ਸ਼ਿੰਗਾਰਦੇ ਆ ਤੇ ਕਵੀ ਦਰਬਾਰ ਤੋਂ ਜਦੋਂ ਕਰਾਉਂਦੇ ਹੋ ਨਾ, ਯਾਦ ਰੱਖੋ ਕਵੀ ਖਿਆਲਾਂ ਤੇ ਕਲਪਨਾ ਵਿੱਚੋਂ ਬਹੁਤ ਕੁਝ ਸਿਰਜ ਦਿੰਦਾ ਹੈ। ਉਹ ਕਹਿੰਦੇ ਨੇ ਜਦੋਂ ਭਾਈ ਸਾਹਿਬ ਦੇ ਸੀਸ ਤੇ ਆਰਾ ਚੱਲਣ ਲੱਗਾ, ਅਜੇ ਥੋੜਾ ਜਿਹਾ ਟੱਕ ਲੱਗਾ, ਖੂਨ ਵਗਿਆ, ਤੇ ਉਹਨਾਂ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਕਿ ਦੁਨੀਆ ਦਾ ਸੁੱਖ ਸਾਰਾ ਮਾਣਿਆ ਹੈ, ਰੂਹਾਨੀਅਤ ਦੀ ਦਾਤ ਗੁਰੂ ਨੇ ਦਿੱਤੀ, ਪਰ ਆਰੇ ਵਾਲਾ ਸਵਾਦ ਨਹੀਂ ਸੀ ਵੇਖਿਆ। ਮੈਨੂੰ ਆਰਾ ਸਵੀਕਾਰ ਹੈ, ਮੈਨੂੰ ਦੀਨ ਤੇ ਦੁਨੀਆ ਦਾ ਸੁੱਖ ਸਵੀਕਾਰ ਨਹੀਂ। ਤੁਹਾਡਾ ਦੀਨ ਸ਼ਬਦ ਵਰਤਾਂ। ਉਹਨਾਂ ਕਿਹਾ ਅੰਤਮ ਇੱਛਾ, ਤੇ ਗੁਰਮੁਖੋ ਭਾਈ ਸਾਹਿਬ ਦਾ ਉੱਤਰ ਸੀ ਸਿਰਫ ਇੱਕੋ ਇੱਛਾ ਹੈ ਕਿ ਜਦੋਂ ਮੇਰੇ ਸਿਰ ਤੇ ਆਰਾ ਚੱਲਣਾ, ਮੇਰਾ ਮੂੰਹ ਮੇਰੇ ਮਹਿਬੂਬ ਵੱਲ ਕਰ ਦਿਆ ਜੇ, ਮੈਂ ਅੰਤਲੇ ਸਮੇਂ ਤੱਕ ਆਪਣੇ ਸਤਿਗੁਰੂ ਦੇ ਦੀਦਾਰ ਕਰਨੇ ਚਾਹੁੰਦਾ। ਗੁਰਮੁਖੋ ਆਰਾ ਸਿਰ ਤੇ ਚੱਲਦਾ ਹੈ। ਤੇ ਮੈਂ ਇੱਕ ਵਾਰੀ ਕਿਹਾ, ਜਿਹੜੇ ਗੁਰਬਾਣੀ ਦੇ ਅਰਥ ਨੇ ਨਾ ਜੀ, ਇੱਕ ਤਾਂ ਅਸੀਂ ਕਥਾ 'ਚ ਕਰਨੇ ਆ, ਇੱਕ ਅਰਥ ਉਹ ਨੇ ਜਿਹੜੇ ਜੀਵਨ ਕਰਦੇ ਹੁੰਦੇ ਆ। ਭਾਵੇਂ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਪਰਮਾਤਮਾ ਦੇ ਮਿਲਾਪ ਦਾ, ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਉ ਮਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਪਰ ਜੇ ਸੱਚ ਇਹ ਵੇ ਇਸ ਸ਼ਬਦ ਦੇ ਆਪਣੇ ਪਿਆਰੇ ਦੇ ਸਾਹਮਣੇ ਖਲੋ ਕੇ ਕਿ ਤੇਰੇ ਵੱਲ ਪਿੱਠ ਨਾ ਹੋਵੇ, ਆਰਾਂ ਸਿਰ ਤੇ ਚੱਲਦਾ ਹੋਵੇ, ਤੂੰ ਮੂੰਹ ਨਾ ਮੋੜੀ,
जे इस शब्द के किसी अर्थ किए तो चांदनी चौक विच भाई मती दास जी ने किए। उन्होंने दे सिर ते आरा चलिया, लोगों की भीड़ सी। मैं बेनती करा, इत्थे 3 सिख होर सन भीड़ च, एक भाई जैता जी, एक भाई उदा जी ते एक भाई ननुआ जी। भाई जैता जी सब कुछ देख रहे हैं, आरा सिर ते चलदा पिया। आरे ने भाई साहब नूं 2 फाड़ कर दिता। मैं सवेरे भी क्या, गुरमुखो शब्द नूं मौत भी नहीं मार सकती। वेखण वालियां ने दृष्टमान शरीर दे 2 टुकड़े कर दिते, पर इतिहास कहता इत्थे घटना वापरी। इस चौंक विचों दोनों टुकड़ियां विचों जपजी साहब की आवाज़ आउंदी रही। भाई साहब दे शब्द ने ते गुरु जदों सिख मुहब्बत करदा है ते गुरु फिर मौत ते भी फतेह पवा दिंदा है। इनू वैसे कवि संतोख सिंह ने लिखा, अर्धो उर्द चराए सो डारा, परयो पृथ्वी पर खवै द्वै फारा, दोनों तन ते जपजी पढ़ै, हेरत सब कह अचरज बढ़े। उन्हां दे टुकड़ियां विचों भी जपजी साहब की आवाज़ आउंदी पई है। मैं एक बेनती होर आप जी नूं करके, कईयां दे मन च आ जाना, इत्थे ना नेड़े, ये नहीं कि तुसीं कबर ते जाओ, इत्थे नेड़े एक सरमद दी, तुहानूं पता सरमद की कबर है, इत्थे सिर लाया सी उहदा। हाँ, ये सिर लाया मस्जिद सामने। वो कहंदे ने वो तां ला दिता, वो अनल हक कहंदे सन सरमद जी, ते नगन रहिंदा सी, कपड़े नहीं सी पांदा। ते एक दिन औरंगजेब लंघिया ते क्या जांदा है, ओनू किसी काजियां ने जां मुलाणियां ने क्या, उन्हें कपड़े सट के क्या सरमद नूं पकड़, तू अपने तन नूं कपड़ियां नाल ढक। अगले जुमे जदों नमाज पढ़ने आ, सरमद फिर नंगा बैठा। ਇਹਦਾ मतलब ये नहीं कि आप नगेज की प्रौढ़ता कर रहे हैं। वो दरवेश हो जा सी, उन्हें वेख के क्या हो तेनों कपड़ा दिता सी ते तू कपड़े नाल तन क्यों नहीं ढकिया। उन्हें कहा मैं सांभ के रखे है। ते वापस औरंगजेब वाल सट के कहंदा तू अपने आप नूं ढक कपड़ियां च, जिन्हें पाप करके प्यो ते भरा मारे ने, मेरे च ऐ भी कोई नहीं, मैं की ढकना। उहदा कतल होया इत्थे, ओदी आवाज़ निकलती रही अनल हक दी जी। सरमद वो बोलिया, सरमद दी मौत दा ते गुरु तेग बहादुर सच्चे पातशाह जी ओदी शहादत दा लेखा औरंगजेब नहीं दे सकता। मैं बेनती करांगा कि एक सिर्फ छोटी जी उदाहरण दे के, हुण इस मसला कई बार आ जांदा, जदों हार्ट कट्टिया गया, ब्रेन कट्टिया गया, 2 फाड़ हो गया, साडे बच्चे नहीं मानते, जपजी दा आवाज़ किवें आउंदी रही, असीं कहने ना बच्चे नहीं मानते। मैं तुहानूं बेनती सवेरे भी कीती सी, मच्छी की उदाहरण दी आप है ना, बड़ी बारी देने, गुण गोबिंद गायो नहीं जन्म अकारथ कीन, कहो नानक हर भज मना, जे बिद जल को, जे बिद जल को मीन जे भजया, ते भाई साहब भाई मती दास ने भजया है। मच्छी के टुकड़ियां चों एक छोटी सिर्फ उदाहरण दे के, भावें अनमादिक है, आप भरोसा विश्वास ते परंपरा दे बड़े गहरे अर्थ हुंदे आ। याद रखियो, परंपरा में शब्द वरते, परंपरा भरोसा विश्वास। किसी ने मंसूर नूं यही पूछा सी कि मेरे 3 प्रश्नों का उत्तर मैं बड़े संखेप जे कह देना। उन्हें पूछा किहड़े 3 प्रश्न, उन्हें कहा दान की सीमा की, त्याग की सीमा की, ते प्रेम की मुहब्बत की सीमा की हुंदी है। ते मंसूर विचारे नूं सूली चाढ़ना सी दूजे दिन। सवाल करने वाले ने क्या दान त्याग और प्रीत, ते मंसूर कहंदा है मैं तेनू अर्थ बोल के दसां कि प्रैक्टिकल जो मेरे नाल वापर रहा आचरणक तौर पर। वो विद्वान कहंदा मैं किताबां चों बड़े अर्थ पढ़े आ, तेरा तजर्बा की है। उन्हें गोदड़ी च रोटी कड्ढी, रोटी कढ़ के कहंदा मंसूर सवाल करन, कहंदा अद्धी रोटी खा ला मेरी। वो कहंदा मैनूं रोटी की भुख नहीं, मैं प्रश्न करना आया। कहंदा तेरे प्रश्न का उत्तर देन लगा। उन्हें रोटी मूँह च पाई ते अगों कहंदा गल सुन, तेनों पता मैनूं किन्ने दिन की रोटी नहीं मिली। वो कहंदा पता है, मैनूं पानी नहीं मिलिया। कहंदा बिल्कुल तुहानूं कोई खुराक कोई पानी कुछ भी नहीं मिलिया। कहन लगा मेरा कोई मित्र रोटी दे गया, पहला मैं खान लगा मन च आया मना तू तो कल नूं मारी जाना है, ये रोटी सामभ के रख ले, जिन्हें जीना है वो मुँह विच पा दे।
ਕਹਿੰਦਾ ਮੇਰੇ ਤਜਰਬੇ ਮੁਤਾਬਕ, ਕਹਿੰਦਾ ਮੈਂ ਦੂਜੇ ਦਾ ਨਹੀਂ, ਮੇਰੇ ਤਜਰਬੇ ਮੁਤਾਬਕ ਦਾਨ ਦੀ ਸੀਮਾ ਇੱਥੋਂ ਤੱਕ ਹੈ ਕਿ ਭੁੱਖ ਲੱਗੀ ਹੋਵੇ, ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਤੇ ਰੋਟੀ ਵਾਲਾ ਸੀਮਾ ਨਹੀਂ ਟੁਕਣੀ, ਉਹ ਸਰਬੰਸ ਦਾਨੀ ਹੈ। ਕਿਉਂਕਿ ਮੈਨੂੰ ਪਤਾ ਮਨ ਚ ਆ ਜਾਏਗਾ ਇੱਕੋ ਦਮ ਦੂਜੇ ਪਾਸੇ ਖਿਆਲ। ਉਹ ਕਹਿੰਦਾ ਮੇਰੇ ਲਈ ਦਾਨ ਦੀ ਸੀਮਾ ਇਹ। ਉਹਨੇ ਕਿਹਾ ਅਗਲੀ ਗੱਲ ਤਿਆਗ ਦੀ। ਮਨਸੂਰ ਕਹਿੰਦਾ ਨੇਤਰ ਬੰਦ ਕਰ। ਸਵਾਲ ਕਰਨ ਵਾਲੇ ਨੇ ਅੱਖਾਂ ਬੰਦ ਕੀਤੀਆਂ, ਮਨਸੂਰ ਸਰੀਰ ਵਿੱਚੋਂ ਨਿਕਲ ਗਿਆ, ਬੋਡੀ ਚੋਂ ਨਿਕਲ ਗਿਆ। ਅਭਿਆਸੀ ਸੀ ਉਹ। ਸਵਾਲ ਕਰਨ ਵਾਲਾ ਡਰ ਗਿਆ ਵੀ ਇਹ ਤਾਂ ਮਰ ਗਿਆ, ਤੇ ਇਹਨੂੰ ਸੂਲੀ ਚਾੜਨ ਦੀ ਥਾਂ ਕਿਤੇ ਮੈਨੂੰ ਦੋਸ਼ ਲਾ ਕੇ ਨਾ। ਜਦੋਂ ਡਰ ਕੇ ਦੌੜਨ ਲੱਗਾ, ਮਨਸੂਰ ਬੋਡੀ 'ਚ ਆਵਾਜ਼ ਮਾਰ ਕੇ ਕਹਿੰਦਾ ਗੱਲ ਸੁਣ, ਸਵਾਲ ਪੁੱਛਣ ਆ ਗਿਆ ਪ੍ਰੈਕਟੀਕਲ, ਤੇ ਸੀਨਾ ਤੇਰਾ ਪ੍ਰੈਕਟੀਕਲ ਸਿੱਖਣ ਵਾਲਾ ਕੋਈ ਨਹੀਂ। ਕਹਿੰਦਾ ਤਿਆਗ ਕਰਨ ਤੇ ਫਕੀਰ ਆਵੇ ਨਾ, ਤੇ ਆਪਣੀ ਮਰਜ਼ੀ ਨਾਲ ਸਰੀਰ ਵਿੱਚੋਂ ਨਿਕਲ ਜਾਏ, ਪਰ ਮੈਂ ਆਪਣੀ ਮਰਜ਼ੀ ਨਾਲ ਨਿਕਲਣਾ ਨਹੀਂ। ਮੇਰੇ ਵਾਸਤੇ ਤਿਆਗ ਦੀ ਸੀਮਾ ਇਹ ਹੈ। ਫਿਰ ਬੇਨਤੀ, ਦਾਨ ਦੀ ਸੀਮਾ, ਤਿਆਗ ਦੀ ਸੀਮਾ। ਉਹਨੇ ਕਿਹਾ ਜੀ ਤੀਜਾ ਤੇਰਾ ਸਵਾਲ ਪ੍ਰੇਮ ਦੀ, ਮੁਹੱਬਤ ਦੀ, ਤੇ ਅੱਗੋਂ ਉੱਤਰ ਦਿੱਤਾ। ਕਹਿੰਦਾ ਇਹਦਾ ਜੇ ਤਜਰਬਾ ਨਹੀਂ ਹੋਇਆ। ਮਨਸੂਰ ਕਹਿੰਦਾ ਹਾਂ, ਕੱਲ ਤੂੰ ਕਤਲਗਾਹ 'ਚ ਆ ਜਾਈਂ, ਜੇ ਮੈਂ ਉੱਤਰ ਦੇ ਸਕਿਆ ਤੇ ਇਹਦਾ ਉੱਤਰ ਦਿਆਂਗਾ। ਦਾਨ ਦੀ ਸੀਮਾ ਰੋਟੀ ਦਾ ਟੁਕੜਾ ਜੋ ਮੇਰੇ ਕੋਲ ਸੀ, ਤਿਆਗ ਦੀ ਸੀਮਾ ਮੈਂ ਸਰੀਰ ਵਿੱਚੋਂ ਨਿਕਲ ਸਕਣਾ, ਤੇ ਪ੍ਰੇਮ ਦੀ ਹੱਦ, ਪ੍ਰੇਮ ਦੀ ਸੀਮਾ ਕੀ? ਕਹਿੰਦਾ ਇਹਦਾ ਕੱਲ ਨੂੰ ਉੱਤਰ ਮਿਲ ਸਕਦਾ। ਉਹ ਸਵਾਲ ਕਰਨ ਵਾਲਾ ਨੇੜੇ ਹੋ ਕੇ ਗਿਆ। ਜਦੋਂ ਮਨਸੂਰ ਨੂੰ ਉਹਦੇ ਟੁਕੜੇ ਕਰਨ ਲੱਗੇ, ਕਹਿੰਦੇ ਮਨਸੂਰ ਦਾ ਇੱਕ ਟੁਕੜਾ ਸਵਾਲ ਕਰਨ ਵਾਲੇ ਦੇ ਪੈਰਾਂ 'ਚ ਡਿੱਗਾ, ਤੇ ਆਵਾਜ਼ ਆਈ ਅਨਲ ਹੱਕ, ਤੇ ਅੱਗੋਂ ਕੰਨਾਂ ਵਿੱਚ ਆਵਾਜ਼ ਆਈ ਉਹ ਬੰਦਿਆ, ਦਾਨ ਦੀ ਸੀਮਾ ਹੋ ਸਕਦੀ ਏ, ਤਿਆਗ ਦੀ ਹੋ ਸਕਦੀ ਏ, ਪਿਆਰ ਦੀ ਸੀਮਾ ਕੁਝ ਨਹੀਂ ਹੁੰਦੀ। ਕਿਉਂਕਿ ਜਿਹਨੂੰ ਪਿਆਰ ਕਰੀਏ ਮਰਨ ਤੋਂ ਬਾਅਦ ਟੁਕੜੇ ਵੀ ਉਹਦੇ ਗੀਤ ਗਾਉਂਦੇ ਹੁੰਦੇ ਆ। ਪਿਆਰ ਦੀ ਕੋਈ ਸੀਮਾ ਨਹੀਂ। ਇਸ ਟੁਕੜੇ ਨੂੰ ਪਿਆਰ ਵਾਲੇ ਪਾਸੇ ਲੈ ਕੇ ਤੁਰਿਓ। ਮੈਂ ਬੇਨਤੀ ਕਰਾਂਗਾ, ਚਲੋ ਥੋੜਾ ਜਿਹਾ ਮੈਂ ਇਤਿਹਾਸ ਤਾਂ ਰੱਖਿਆ, ਤੁਸੀਂ ਦਿਨ ਮਨਾ ਰਹੇ ਹੋ, ਮੈਂ ਸ਼ਬਦ ਚੋਂ ਨਿਕਲਿਆ ਮੈਨੂੰ ਪਤਾ ਹੈ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਜਿਹੜਾ ਸ਼ਬਦ ਹੈ ਅਗਲੇ ਸਾਲ ਵਾਹਿਗੁਰੂ ਤਰਸ ਕਰੇ, ਜ਼ਿੰਦਗੀ ਬਖਸ਼ੇ। ਬੈਠੇ ਨੇ ਸਾਰੇ ਵੀਰ ਮੇਰੇ ਪ੍ਰਬੰਧਕ, ਮੇਰਾ ਦਿਲ ਕਰਦਾ ਜਿਵੇਂ ਗੁਰੂ ਰਾਮਦਾਸ ਦੀ ਹਾਜ਼ਰੀ ਭਰਨੇ ਆ। ਸਾਰੇ ਸਿੰਘ ਕਹਿੰਦੇ ਰਹਿੰਦੇ ਆ ਪਰ ਲਗਾਤਾਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਕਿਸੇ ਦੀ ਕਥਾ ਕੀਤੀ ਜਾਏ, ਤੇ ਜਦੋਂ ਸਤਿਗੁਰੂ ਦੇ ਦਿਨਾਂ 'ਚ ਸਤਿਗੁਰੂ ਨੂੰ ਆਵਾਜ਼ ਮਾਰਾਂਗੇ ਨਾ, ਤੇ ਗੁਰੂ ਗੋਬਿੰਦ ਸਿੰਘ ਇਦੋਂ ਵੱਡਾ ਪ੍ਰੂਵ ਕੀ ਹੈ ਜੀ। ਮੈਂ ਕੱਲ ਵੀ ਕਿਹਾ ਜੀ, ਅੱਜ ਬੈਠੇ ਸੀ ਵੀ ਫਲਾਣਾ ਮੁਸਲਮਾਨ ਗੁਰੂ ਤੇਗ ਬਹਾਦਰ ਬਾਰੇ ਆਹ ਲਿਖਦਾ, ਫਲਾਣਾ ਹਿੰਦੂ ਆਹ ਲਿਖਦਾ, ਫਲਾਣਾ ਅੰਗਰੇਜ਼ ਆਹ ਲਿਖਦਾ, ਗੁਰੂ ਤੇਗ ਬਹਾਦਰ ਇਹੋ ਜਿਹੇ ਸਨ। ਸਾਰੇ ਚੰਗੇ ਨੇ ਜਿਹੜੇ ਸਿਫਤ ਲਿਖਦੇ ਆ, ਇਦੋਂ ਵੱਡੀ ਕਿਹੜੀ ਲਿਖਦੇ? ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆ, ਇਦੋਂ ਵੱਡੀ ਕੀ ਲਿਖਤੇ? ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜੋ ਮੇਰੇ ਬਾਪੂ ਨੇ ਕਰ ਦਿੱਤਾ ਕੋਈ ਵੀ ਨਹੀਂ ਅੱਜ ਤੱਕ ਕਰ ਸਕਿਆ। ਦੂਜੀ ਗੱਲ ਉਹਨਾਂ ਲਿਖ ਕੇ ਦਿੱਤੀ, ਇਹ ਗੱਲ ਮੈਂ ਰਾਤੀ ਵੀ ਕਹੀ ਸੀ, ਗੁਰਮਖੋ ਜਿਸ ਗੁਰੂ ਨੂੰ ਆਪ ਜੀ ਅੱਜ ਇੱਥੇ ਬੈਠੇ ਹੋ, ਗੁਰੂ ਤੇਗ ਬਹਾਦਰ ਸਾਹਿਬ ਨੂੰ, ਹਰ ਗੁਰੂ ਸਾਹਿਬ ਨੂੰ ਯਾਦ ਕਰਨ ਦਾ ਵੱਖਰਾ ਜਿਹਾ ਰਸ ਹੈ। ਕਈ ਵਾਰੀ ਅਸੀਂ ਲੋਕ ਭਰਮ ਜਿਹੇ 'ਚ ਪੈ ਜਾਂਦੇ ਹਾਂ। ਇੱਕ ਪਾਸੇ ਬਾਣੀ ਕਹਿੰਦੀ ਜਪ ਮਨ ਸਤਨਾਮ ਸਦਾ ਸਤਨਾਮ, ਦੂਜੇ ਪਾਸੇ ਬਾਣੀ ਕਰੀਏ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇੱਕ ਪਾਸੇ ਬਾਣੀ ਕਹਿ ਰਹੀ ਹੈ ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਇਸ ਚੀਜ਼ ਨੂੰ ਭਾਵਨਾ ਸਹਿਤ ਲਈ ਗੁਰੂ ਤੇਗ ਬਹਾਦਰ ਬਾਰੇ ਗੁਰੂ ਗੋਬਿੰਦ ਸਿੰਘ ਲਿਖ ਗਏ। ਰੋਜ਼ ਬੋਲਦੇ ਹੋ, ਕਹਿੰਦੇ ਨੇ ਵਿਸ਼ਵਾਸ ਕਰਕੇ ਕੰਮ ਵਿੱਚ, ਸਫਰ ਵਿੱਚ, ਦੁੱਖ ਵਿੱਚ, ਸੁੱਖ ਵਿੱਚ ਭਾਵਨਾ ਸਹਿਤ ਮੇਰੇ ਪਿਤਾ ਨੂੰ ਚੇਤੇ ਕਰਿਓ, ਤੁਹਾਡੀ ਪੱਤ ਵੀ ਢੱਕੇਗਾ ਤੇ ਤੁਹਾਡੇ ਘਰ ਬਰਕਤ ਵੀ ਪਾਏਗਾ। ਤੇਗ ਬਹਾਦਰ ਸਿਮਰੇ ਕਰ ਨੌ ਨਿਤ ਆਵੈ ਤਾਹੇ, ਅਗਲਾ ਬਚਨ ਸਭ ਥਾਈ। ਇਹ ਵਿਆਖਿਆ ਸੋ ਸਤਿਗੁਰ ਪਿਆਰਾ ਮੇਰੇ ਨਾਲ ਕਹਿ, ਜਿੱਥੈ ਕਿੱਥੈ ਮੈਨੂੰ ਲੈ ਛਡਾਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਅੱਜ ਸਾਨੂੰ ਸਮਤ ਦੇ ਰਹੇ ਆ ਕਿ ਮਹਾਰਾਜ ਕਹਿੰਦੇ ਆ ਮਨ ਤੇਰੀ ਹਾਲਤ ਕੀ ਹੋਵੇਗੀ। ਮੈਂ 2-4 ਮਿੰਟ ਲਾ ਜਾਵਾਂ ਤੇ ਨਹੀਂ ਅੱਗੇ? ਅੱਛਾ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਤੇ ਕੀ ਹਾਲਤ ਹੋਵੇਗੀ। ਹਾਂ, ਇਹਦੀ ਹਾਲਤ ਬਾਰੇ ਮਹਾਰਾਜ ਨੇ ਕਿਹਾ, ਰੋਜ਼ ਪੜ੍ਹਦੇ ਹੋ ਪੌੜੀ, ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਵਾ ਦੁਨੀਦਾਰ ਗਲ
ਸੰਗਲ ਕਤ ਚਲਾਇਆ। ਯਾਦ ਰੱਖਿਓ ਰੇ ਮਨ ਕੌਣ ਗਤ ਹੋਏ ਹੈ ਤੇਰੀ। ਗਲ ਸੰਗਲ ਘਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ ਤੇਰੀ ਹਾਲਤ ਕੀ ਹੋਣੀ ਹੈ। ਥਾਂ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰਵਾਇਆ। ਅੱਗੇ ਕੀ ਹੈ, ਮਨ ਅੰਧੈ ਜਨਮ ਗਵਾਇਆ, ਰੇ ਮਨ ਕੌਣ ਗਤ ਹੋਏ ਹੈ ਤੇਰੀ। ਤੇ ਕਰ ਕੀ ਰਿਆ ਹੈ ਕਿ ਤੂੰ ਪਰਮਾਤਮਾ ਨੂੰ ਯਾਦ ਨਹੀਂ ਕੀਤਾ। ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾਨ। ਤੂੰ ਕੰਨਾਂ ਵਿੱਚ ਲੋਕ ਸੁਣੇ, ਗੀਤ ਸੁਣੇ, ਸੰਗੀਤ ਸੁਣੇ, ਚੰਗਾ ਮੰਦਾ ਸੁਣਿਆ, ਜੋ ਕੁਝ ਸੁਣਿਆ ਤੇਰੇ ਨਾਲ ਕਿਸੇ ਨਹੀਂ ਜਾਣਾ। ਜਿਸ ਨਾਮ ਨੇ ਨਾਲ ਜਾਣਾ ਸੀ ਉਹ ਤੇ ਕੰਨਾਂ ਨਾਲ ਸੁਣਿਆ ਹੀ ਨਹੀਂ। ਵੇਖੋ ਗੁਰਮੁਖੋ, ਆਪ ਜੀ ਆਏ ਹੋ ਤੇ ਮੈਂ ਇਕੱਲਾ ਇੱਥੇ ਨਹੀਂ, ਮੈਂ ਹਰ ਥਾਂ ਤੇ ਕਹਿਣਾ ਕਿ ਜਿੰਨੇ ਸੀਸਗੰਜ ਜਾਣਾ ਹੈ ਉਹ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਕੇ ਆਵੇ, ਕਿਉਂਕਿ ਇੱਥੇ ਬ੍ਰਹਿਮੰਡ ਗੂੰਜਿਆ ਸੀ ਗੁਰੂ ਤੇਗ ਬਹਾਦਰ ਦੇ ਜਪਜੀ ਪੜਨ ਦੇ ਨਾਲ। ਉਹ ਤਰੰਗਾਂ ਮਰੀਆਂ ਥੋੜਾ ਨੇ, ਉਹ ਅੱਜ ਵੀ ਨੇ। ਤੁਸੀਂ ਗੁਰਮੁਖੋ ਤਜਰਬਾ ਕਰਿਓ, ਰਾਤ ਨੂੰ ਕਦੀ ਤੁਸੀਂ ਤਾਂ ਸਾਰੇ ਸੇਵਾ ਕਰਨ ਲਈ ਬੈਠੇ ਹੋ, ਉਸ ਖੋਈ ਕੋਲ ਨੇਤਰ ਬੰਦ ਕਰਕੇ ਬੈਠੇ ਹੋ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਚਿੱਤਰ ਦੀ ਪੂਜਾ ਫੁਰਨੇ 'ਚ ਲਿਆ ਕੇ ਰੱਖੋ ਵੀ ਮਹਾਰਾਜ ਇਸ਼ਨਾਨ ਕਰਕੇ ਬਾਹਰ ਨਿਕਲਣ ਲੱਗੇ ਆ, ਮੈਂ ਚਰਨ ਪਰਸ ਕੇ ਜਪਜੀ ਪੜਨ ਲੱਗਾ, ਵੇਖੋ ਇੱਕੋ ਦਾ ਮਨ ਟਿਕ ਜਾਏਗਾ, ਮਨ 'ਚ ਬਰਕਤ ਵਰਤੇਗੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੂੰ ਕੁਝ ਨਹੀਂ ਕਰਨ ਜੋਗਾ ਨਾ, ਦੋ ਗੱਲਾਂ ਮੇਰੀਆਂ ਮੰਨ ਲੈ, ਤੇਰੀ ਗੱਤ ਤੋਂ ਬਚ ਜਾਏਗਾ, ਜਮਦੂਤ ਤੋਂ ਬਚ ਜਾ। ਮਹਾਰਾਜ ਕਿਹੜੀ? ਕਹਿੰਦੇ ਇੱਕ ਸਵੇਰੇ ਉੱਠ ਕੇ ਵਾਹਿਗੁਰੂ ਬੋਲਿਆ ਕਰ, ਲੈ ਚ ਬੋਲ, ਤੇ ਦੂਜਾ ਕੰਨਾਂ ਨਾਲ ਸੁਣਿਆ ਕਰ। ਮਹਾਰਾਜ ਕੀ ਕਹਿੰਦੇ? ਲਿਖ ਕੇ ਦੇ ਦੇਣਾ ਸਿੱਖਾ, ਤੂੰ ਕਦੀ ਜਮਾ ਦੇ ਘਰ ਨਹੀਂ ਜਾਏਗਾ। ਜੇਵਾ ਗੁਣ ਗੋਬਿੰਦ ਭਜੋ, ਆ ਨਹੀਂ ਤੂੰ ਸੁਣਿਆ, ਬਹੁਤ ਕੁਝ ਸੁਣਿਆ। ਮਹਾਰਾਜ ਕਹਿੰਦੇ ਸੋ ਤਉ ਨਹੀਂ ਸੁਣਿਓ ਕਾਨ, ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ ਪਰੈ ਨਾ ਜਮ। ਏਡੀ ਵੱਡੀ ਗੱਲ, ਤੂੰ ਜਮਾ ਦੇ ਘਰ ਕਦੀ ਨਹੀਂ ਜਾਏਗਾ। ਬਸ ਇੰਨੇ ਹੀ ਬਚਨ ਮੰਨ ਲਈਏ ਵੀ ਮੁੱਖ ਤੋਂ ਪ੍ਰਭੂ ਜਪਣਾ ਹੈ ਤੇ ਕੰਨਾਂ ਨਾਲ ਕੀਰਤਨ ਸੁਣਨਾ ਹੈ। ਸਾਨੂੰ ਕੋਈ ਪਤਾ ਨਹੀਂ ਕਿਹੜਾ ਜਮਦੂਤ, ਸਾਡਾ ਜ਼ਿੰਮੇਵਾਰ ਤਾਂ ਗੁਰੂ ਤੇਗ ਬਹਾਦਰ ਹੈ। ਕੰਮ ਨਿਬੜ ਗਿਆ, ਸਾਡਾ ਖਹਿੜਾ ਛੁੱਟ ਗਿਆ। ਵੇਖੋ ਭਾਈ ਸਾਹਿਬ, ਜਦੋਂ ਸ਼ਬਦ ਪੜ੍ਹਦੇ ਆ, ਇਹ ਪਾਠ ਕਰਦੇ ਆ ਨਾ, ਮਨ ਡਰਦਾ ਤਾਂ ਬੜਾ ਵੀ ਇੰਨੀ ਉਮਰ ਲੰਘ ਗਈ, ਪਤਾ ਨਹੀਂ ਕਿੰਨੇ ਕੁ ਝੂਠ ਬੋਲੇ ਗਏ ਹੋਣਗੇ ਸਟੇਜ ਤੇ, ਕੀ ਕੁਝ ਹੋਏਗਾ। ਫਿਰ ਇੱਕ ਗੱਲ ਆਉਂਦੀ ਹੈ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਮੈਂ ਮਾੜਾ ਹਾਂ ਪਰ ਖਸਮ ਤਾਂ ਤੂੰ ਹੈ ਨਾ। ਜੇ ਮੰਨ ਲਓ ਇੱਕ ਪਸ਼ੂ ਗਲਤੀ ਕਰਕੇ ਕਿਸੇ 'ਚ ਪੈ ਰਿਹਾ ਹੈ ਤੇ ਦੂਜਾ ਨੂੰ ਸਜ਼ਾ ਦੇਣ ਲੱਗਦਾ ਹੈ, ਖਸਮ ਆਪਣੇ ਖਸਮ ਪੁਣੇ ਦੀ ਲਾਜ ਰੱਖ ਕੇ ਉਹਨੂੰ ਬਚਾਉਂਦਾ ਜ਼ਰੂਰ ਹੈ। ਅਸੀਂ ਗਲਤਾਂ, ਪਰ ਤੂੰ ਤਾਂ ਸਾਡਾ ਖਸਮ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਅਖੀਰ ਤੇ ਬਚਨ ਕਰ ਰਹੇ ਆ ਕਿ ਮਾਨਸ ਕੋ ਜਨਮ ਲੀਨ, ਮਨੁੱਖਾ ਜਨਮ ਲੈ ਲਿਆ, ਸਿਮਰਨ ਨ ਨਿਮਕ ਕੀਨ। ਅੱਖ ਝਮਕਣ ਜਿੰਨਾ ਸਮਾਂ ਵੀ ਨਹੀਂ ਤੂੰ ਸਿਮਰਨ ਕੀਤਾ। ਕੀਤਾ ਕੀ? ਮਨ ਰੇ ਕੌਣ ਕੁਮਾਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ, ਮੁਕਤ ਪੰਥ ਜਾਣਿਓ ਤੈ ਨਾਹਿਨ, ਝਨ ਧਾਰਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆ ਪੰਜਾਇਆ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜੋ ਕਛ ਗਿਆਨਾ, ਘਟ ਗਈ ਮਾਇ ਨਿਰੰਜਨ ਤੇਰੇ, ਤੈਂ ਖੋਜਤ ਉਦਿਆਨਾ, ਬਹੁਤ ਜਨਮ ਭਰਮਤ ਤੈਂ ਹਾਰਿਓ। ਉਹ ਮਨਾ ਕੀ ਕਰਦਾ ਰਿਹਾ? ਬਹੁਤ ਜਨਮ ਭਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਮਹਾਰਾਜ ਕਹਿੰਦੇ ਮਾਨਸ ਕੋ ਜਨਮ ਲੀਨ, ਸਿਮਰਨ ਨਾ ਨਿਮਖ ਕੀਨ, ਦਾਰਾ ਸੁਖ, ਦਾਰਾ ਦਰ ਤੇ ਇਸਤਰੀ, ਸੁਖ ਦਰ ਤੇ ਦੁਨੀਆ ਦੇ ਸੁਖ, ਭਇਓ ਦੀਨ। ਇੱਥੇ ਥੋੜਾ ਜਿਹਾ ਅਰਥ ਨਾ ਵੱਖਰਾ ਹੋਣਾ ਜੇ। ਇੱਕ ਦੀਨ ਦਾ ਅਰਥ ਹੁੰਦਾ ਮਜ਼ਲੂਮ, ਇੱਕ ਦੀਨ ਦਾ ਅਰਥ ਹੁੰਦਾ ਧਰਮ। ਕਮਾਲ ਕਰਤੀ, ਇੱਥੇ ਉਚਾਰਨ ਇੱਕੋ, ਅਰਥ ਬਦਲ ਗਿਆ। ਜਦ ਤੁਸੀਂ ਪਾਠ ਕਰਦੇ ਹੋ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ, ਧਰਮ ਲਈ। ਹਮ ਸਰ ਦੀਨ, ਉੱਥੇ ਦੀਨ ਦਾ ਅਰਥ ਇਹ ਗਰੀਬ, ਆਜਿਜ਼, ਜਿਹੜਾ ਕਮਜ਼ੋਰ ਹੈ। ਇੱਕ ਪਾਠ ਅਸੀਂ ਗੌਰ ਕਰਨੇ ਆ, ਦੀਨ ਗਵਾਇਆ ਦੁਨੀਸ਼ੋਂ, ਉੱਥੇ ਅਰਥ ਹੋਰ ਬਦਲ ਗਏ ਵੀ ਆ ਧਰਮ ਨੂੰ। ਇੱਥੇ ਦੀਨ ਦੇ ਅਰਥ ਹੀ ਹੋਰ ਨੇ। ਦਾਰਾ ਸੁਖ ਭਇਓ ਦੀਨ, ਦੀਨ ਦਾ ਅਰਥ ਹੈ ਅਧੀਨ, ਗ੍ਰਿਫਤ ਵਿੱਚ ਆ ਜਾਣਾ। ਮਹਾਰਾਜ ਕਹਿੰਦੇ ਨੇ ਤੂੰ ਕਾਹਦੇ ਲਈ ਜੰਮਿਆ ਉਹ ਬੰਦਿਆ? ਇਸਤਰੀ ਨੇ ਤੇ ਦੁਨੀਆ ਦੇ ਸੁੱਖ ਨੇ ਤੈਨੂੰ ਗੁਲਾਮ ਬਣਾ ਕੇ ਨਚਾਇਆ, ਤੂੰ ਰੱਬ ਨੂੰ ਕਿੱਥੇ ਪਾਣਾ ਹੈ? ਦਾਰਾ ਸੁਖ ਭਇਓ ਦੀਨ, ਪਗੋਂ ਪਰੀ ਬੇਰੀ,
तेरे पैरां 'च बेड़ियां पै गईयां, तोड़ इन्हां नूं। अखीर ते महाराज कहंदे ने नानक जन कहे पुकार। बड़ी वड्डी गल, मैं तेनों रौला पाना, दुहाई देना, पुकार के कहना, सुपने जो जग पसार। ये पसार सुपने की तरह है। सिमरत ने क्यों मुरार, क्यों मुरार नूं सिमरदा नहीं। माया जाकी चेरी, जे तू माया पिछे भजना है, माया दे खसम नूं चेते कर, माया तेरे पिछे भजेगी। देखो ये शब्द है माया जा, ਇਹਦਾ पाठ जा नहीं करना बिंदी ला के, बड़े अनर्थ हो जाने। जे बिंदी ला के पाठ किया जा, ਇਹਦਾ अर्थ होगा जा आ जा आ, इत्थे जा दा अर्थ जिस। माया जाकी चेरी, ये माया जिस दी चेली है, ये माया जिस दी दासी है, उस परमात्मा नूं तू चेते कर। मैं समुचे प्रबंधक वीरां दा बहुत धन्नवादी हाँ। ते मैं तुहानूं एक बेनती करनी है, गुरमुखो 4 शब्द आपां कीते ने ना, ते मिंट सारे 5 लगने करने जे बोल के पाठ करदे आ। तुसीं गुरु तेग बहादुर साहब परण नहीं मैं कहांगा, क्योंकि परण विच भी कई बारी खौमे थल्ले नूं सੱਟ दिंदी है। ये समझो भी आपां 4 शब्दां दा पाठ रोज़ नितनेम दे नाल करना ही करना। अगले साल तक महाराज नूं ये संथਿਆ सुणावांगे, महाराज तुहाडा सबक असीं पालिया 4 कीते, अगले साल फिर होर बाणी का अभ्यास करांगे। अखीर वाला शब्द है जी, एक कल नूं आपां विचारांगे। मैं अपने भाई अमरजीत सिंह जी, पिंकी वीर जी, मेरे वीर बैठे आ सामने, सारे प्रबंधक तुहाडा बहुत धन्नवादी हाँ जी। ते मेरे ये बहुत प्यारे वीर भाई सरबजीत सिंह जी, ये गुणा दी वांसल है जी, गुथली गुणा दी है ना। ये तबला वजवा लो, तंती साज वजा लो, ते पढ़ते बहुत आ भाई साहब होनी। सानू तो अंग्रेजी आउंदी कोई नहीं, तो बस पढ़ते भी अंग्रेजी विच ने उत्थे। बहुत बहुत धन्नवाद जी भाई साहब, तुसीं टाइम दिता। सवेरे आओ जी, ते जिन्हां कोल टाइम है सलोक पढ़ के आयो महाराज दे सवेरे। महाराज गुरु तेग बहादुर साहब लई की भेटा लैके आवांगे। महाराज दी भेटा हजूर दी बाणी है। औरंगजेब कहंदा सी मैं गुरु तेग बहादुर दी आवाज़ बंद करनी है। तुसीं सारे सिख गुरु तेग बहादुर दी आवाज़ बोलो, तो गुरु तेग बहादुर साहब नूं अच्छा लगेगा। वाहिगुरू जी का खालसा, वाहिगुरू जी। ऐसा बैठ जाओ, बैठ जाओ।